ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸਕ। ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ। ਵਿਨਾਸ਼ਨ ਸੋਏ। ਦੋਹਰਾ जननी जो समझाए कह उर पर आयो नेहो। करके अंक बिठायो निज सुत करना गेहो। ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतेह। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦੀ ਜਨਮ ਦੀ ਕਥਾ ਸਰਵਣ ਕਰ ਰਹੇ ਹਾਂ। ਕੱਲ ਸਰਵਣ ਕਰ ਰਹੇ ਸੀ ਕਿ ਜਦੋਂ ਗੁਰੂ ਨਾਨਕ ਦੇਵ ਜੀ ਲਗਭਗ 4-5 ਸਾਲ ਦੇ ਹੋਏ ਤੇ ਹੁਣ ਭੱਜੇ ਫਿਰਦੇ ਆ ਗਲੀਆਂ ਵਿੱਚ, ਆਪਣੇ ਹਮ ਉਮਰ ਸਾਥੀਆਂ ਨਾਲ ਖੇਡਦੇ ਆ। ਪਰ ਇੱਕ ਅਨੋਖੀ ਗੱਲ ਕਰਨ ਲੱਗੇ ਕਿ ਘਰੋਂ ਜਿਹੜੀ ਚੀਜ਼ ਚੱਕ ਕੇ ਲਿਜਾਂਦੇ ਆ ਬਾਹਰ ਸਿੱਟੇ ਆਉਂਦੇ ਆ, ਘਰੇ ਮੋੜ ਕੇ ਨਹੀਂ ਲਿਆਉਂਦੇ। ਕਈ ਦਿਨਾਂ ਤੋਂ ਮਾਤਾ ਤ੍ਰਿਪਤਾ ਤੇ ਮਹਿਤਾ ਕਾਲੂ ਜੀ ਦੇਖ ਰਹੇ ਆ। ਇੱਕ ਦਿਨ ਤਾਂ ਹੱਦ ਹੀ ਹੋ ਗਈ, ਧੰਨ ਗੁਰੂ ਨਾਨਕ ਦੇਵ ਜੀ ਘਰੋਂ ਕੋਈ ਬਰਤਨ ਚੱਕ ਕੇ ਲਗਾਏ ਤੇ ਬਾਹਰ ਸਿੱਟੇ ਆਏ ਤੇ ਜਦੋਂ ਵਾਪਸ ਆਏ ਮਾਤਾ ਤ੍ਰਿਪਤਾ ਨੇ ਦੇਖਿਆ ਤੇ ਮਾਤਾ ਤ੍ਰਿਪਤਾ ਗੁੱਸੇ 'ਚ ਹੋ ਗਈ। ਚੁੱਲ੍ਹੇ ਕੋਲ ਬੈਠੀ ਉੱਠ ਖੜੀ, ਕਹਿੰਦੀ ਖੜ ਜਾ, ਤੈਨੂੰ ਮੈਂ ਦੱਸਦੀ ਆ, ਹੁਣੇ ਤੇਰੇ ਕੋਲੇ ਬਰਤਨ ਸੀਗਾ, ਗੜਬਾ ਸੀ, ਕਿੱਥੇ ਸਿੱਟ ਕੇ ਆਏ। ਜਿਸ ਵੇਲੇ ਝੜਕਣਾ ਸ਼ੁਰੂ ਕੀਤਾ ਤੇ ਧੰਨ ਗੁਰੂ ਨਾਨਕ ਦੇਵ ਜੀ ਅੱਖਾਂ ਨੀਵੀਆਂ ਕਰਕੇ ਖੜ ਗਏ, ਕੁਛ ਨਹੀਂ ਬੋਲੇ, ਅੱਖਾਂ 'ਚੋਂ ਪਾਣੀ ਵਹਿਣ ਲੱਗਿਆ। ਤੁਰੰਤ ਹੀ ਕਿਤੇ ਬਾਹਰੋਂ ਚਾਚਾ ਲਾਲੂ ਜੀ ਆ ਗਏ। ਜਦੋਂ ਉਹਨਾਂ ਨੇ ਮਾਤਾ ਤ੍ਰਿਪਤਾ ਜੀ ਨੂੰ ਨਾਨਕ ਜੀ ਨੂੰ ਝੜਕਦੇ ਵੇਖਿਆ ਤੇ ਕਹਿਣ ਲੱਗੇ ਭਲੀਏ ਮਾਨਸੇ ਕੀ ਹੋ ਗਿਆ। ਕਹਿਣ ਲੱਗੇ ਪਾਸੇ ਹਟ ਜਾ ਲਾਲੂ, ਇਹਨੇ ਬਹੁਤ ਕੰਮ ਖਰਾਬ ਕੀਤਾ, ਪਹਿਲਾਂ ਵੀ ਬਹੁਤ ਸਮਾਨ ਇਹਨੇ ਗਵਾਇਆ, ਅੱਜ ਫਿਰ ਸਿੱਟਿਆ ਆਇਆ, ਇਹ ਅੱਜ ਸ਼ਾਸਨਯੋਗ ਕੁੱਟਣ ਯੋਗ ਹੈ, ਕੁੱਟਣ ਲਾਇਕ ਹੈ, ਮੈਨੂੰ ਕੁੱਟੂੰਗੀ, ਪਰੇ ਹੋ ਜਾ। ਪਰ ਚਾਚਾ ਲਾਲੂ ਜੀ ਨੇ ਚੱਕ ਲਿਆ ਔਰ ਮਾਤਾ ਤ੍ਰਿਪਤਾ ਜੀ ਨੂੰ ਰੋਕਿਆ ਵੀ ਨਹੀਂ, ਬੱਚਾ ਕੋਈ ਗੱਲ ਨਹੀਂ। ਤੋ ਗੁੱਸਾ ਠੰਡਾ ਹੋ ਗਿਆ ਮਾਂ ਦਾ, ਪਿਤਾ ਦਾ। ਬੱਚਿਆਂ ਪ੍ਰਤੀ ਗੁੱਸਾ ਬਹੁਤਾ ਚਿਰ ਨਹੀਂ ਹੁੰਦਾ। ਅਨਕ ਵਾਰ ਝਿੜਕੇ ਵੋ ਭਾਂਤੀ ਬਹੁੜ ਪਿਤਾ ਗਲ ਲਾਵੇ, ਬਾਣੀ ਦਾ ਬਚਨ ਹੈ। ਜਦੋਂ ਗੁੱਸਾ ਠੰਡਾ ਹੋ ਗਿਆ, ਹਵਾ ਦੀ ਨਿਆਈ ਉੱਡ ਗਿਆ, ਫਿਰ ਮਾਤਾ ਜੀ ਦੇ ਦਿਮਾਗ 'ਚ ਆਇਆ ਵੀ ਕੀ ਮੈਂ ਛੋਟੇ ਜਿਹੇ ਬੱਚੇ ਨੂੰ, ਰੱਬ ਵਰਗਾ ਬੱਚਾ ਮੇਰਾ ਛੋਟਾ ਜਿਹਾ ਨਾਨਕ, ਤੇ ਮੈਂ ਉਹਨੂੰ ਬਰਤਨਾਂ ਪਿੱਛੇ ਕੁੱਟਣ ਲੱਗੀ ਸੀ। ਜਾ ਮਣਾ, ਇਹੋ ਜਿਹੇ ਬਰਤਨਾਂ ਦਾ ਕੀ ਆ ਇੱਥੇ ਘਾਟਾ ਕੋਈ।
ਤੇ ਨਾਲੇ ਇਸ ਬੱਚੇ ਨੂੰ ਹਜੇ ਆਪਣੇ ਬਗਾਨੇ ਦਾ ਕੀ ਪਤਾ ਹੈ। ਕਹੋ ਸਤਨਾਮ। ਜੀ ਵਾਹਿਗੁਰੂ। ਜਦੋਂ ਵੱਡਾ ਹੋਵੇਗਾ ਆਪੇ ਸਮਝ ਜਾਵੇਗਾ। ਔਰ ਫਿਰ ਮਾਤਾ ਤ੍ਰਿਪਤਾ ਜੀ ਨੇ ਨਾਨਕ ਜੀ ਨੂੰ ਆਪਣੀ ਗੋਦ ਵਿੱਚ ਲਿਆ, ਪਿਆਰ ਕੀਤਾ, ਅੱਖਾਂ ਪੂੰਝੀਆਂ ਜੋ ਪਾਣੀ ਨਾਲ ਹੰਝੂਆਂ ਨਾਲ ਗਿੱਲੀਆਂ ਹੋ ਗਈਆਂ ਸੀ, ਔਰ ਪਿਆਰ ਕਰਦੇ ਹੋਏ, ਲਾਲ ਡਾਉਂਦੇ ਹੋਏ ਉਹਨਾਂ ਦਾ ਦਿਲ ਟਿਕਾਣੇ ਕੀਤਾ। ਜਿਸ ਤਰ੍ਹਾਂ ਧਰੂ ਨੂੰ ਉਹਦੇ ਪਿਓ ਦੀ ਗੋਦ 'ਚੋਂ ਮਾਸੀ ਨੇ ਚਲਾ ਕੇ ਮਾਰਿਆ ਸੀਗਾ ਤੇ ਉਹਦੇ ਪਿਓ ਨੇ ਚੱਕਿਆ ਨਹੀਂ ਗਾ ਵਾਪਸ, ਰਾਜੇ ਨੇ, ਉਤਾਨਪਾਦ ਨੇ। ਤੇ ਇਸ ਕਰਕੇ ਉਹ ਰੋਂਦਾ ਰੋਂਦਾ ਘਰੇ ਆਇਆ ਸੀ ਤੇ ਮਾਂ ਨੂੰ ਪੁੱਛਦਾ ਸੀ, ਆ ਤੂੰ ਰਾਣੀ ਹੈ ਕਿ ਨੌਕਰਾਣੀ? ਭਾਵ ਜੇ ਕਿਤੇ ਉਦੋਂ ਰਾਜਾ ਚੱਕ ਲੈਂਦਾ ਫਿਰ ਗੱਲ ਵਧਣੀ ਸੀਗੀ, ਗੁੱਸਾ ਠੰਡਾ ਹੋ ਜਾਂਦਾ। ਚਲੋ ਖੈਰ ਕਈ ਵਾਰੀ ਉਸ ਗੁੱਸੇ ਦੇ ਵਿੱਚ ਹੀ ਫਾਇਦਾ ਵੀ ਹੋ ਜਾਂਦਾ ਤੇ ਧਰੂਰਾ ਫਿਰ ਭਜਨ ਬੰਦਗੀ ਭਗਤੀ ਬਹੁਤ ਤਕੜੀ ਹੋ ਗਈ ਇਸੇ ਸਦਕਾ। ਤਾਂ ਮਾਤਾ ਤ੍ਰਿਪਤਾ ਜੀ ਨੇ ਨਾਨਕ ਜੀ ਨੂੰ ਗੋਦ ਵਿੱਚ ਲਿਆ। ਉਹਨਾਂ ਦਾ ਜਿਹੜਾ ਸੀਗਾ ਦਿਲ ਧੜਕ ਰਿਹਾ ਸੀਗਾ ਡਰਦਿਆਂ ਦਾ, ਉਹ ਕੰਟਰੋਲ ਕੀਤਾ, ਪਿਆਰ ਕੀਤਾ, ਗਲੇ ਲਾਇਆ, ਛਾਤੀ ਨਾਲ ਲਾਇਆ। ਨਾਨਕ ਜੀ ਫਿਰ ਪਹਿਲੀ ਅਵਸਥਾ 'ਚ ਆ ਗਏ ਔਰ ਛੱਡ ਦਿੱਤਾ। ਔਰ ਮਾਤਾ ਜੀ ਖੁਦ ਪਛਤਾਤਾਪ ਕਰਦੀ ਹੈ, ਮਨਾ ਤੂੰ ਕਿਉਂ ਨਾਨਕ ਨੂੰ ਝਿੜਕਿਆ? ਫਿਰ ਨਾਨਕ ਜੀ ਬਾਹਰ ਭੱਜ ਗਏ, ਗਲੀ ਵਿੱਚ ਖੇਡਣ ਲੱਗ ਪਏ ਆਪਣੇ ਸਾਥੀਆਂ ਨਾਲ। ਉਦੋਂ ਬਾਅਦ ਕੀ ਹੋਇਆ ਅਗਲੀ ਕਥਾ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜਨਨੀ ਜੋ ਸਮਝਾਇ ਕੈ ਉਰ ਪਰ ਆਇਓ ਨੇਹੋ। ਇਹੋ ਮਾਤਾ ਦੇ ਮਨ ਵਿੱਚ ਫਿਰ ਨੇਹੋ ਪਿਆਰ ਪੈਦਾ ਹੋ ਗਿਆ, ਬੱਚੇ ਦਾ ਮੋਹ ਪੈਦਾ ਹੋ ਗਿਆ। ਆਪਣੀਆਂ ਮਨੋਬਿਰਤੀਆਂ ਇਕੱਤਰ ਕਰਕੇ ਨਾ ਲੈ ਜਾਓ ਨਾਨਕ ਜੀ ਦੇ ਚਰਨਾਂ ਵਿੱਚ, ਨਨਕਾਣਾ ਸਾਹਿਬ ਰਾਏ ਭੋਇ ਕੀ ਤਲਵੰਡੀ, ਜਿੱਥੇ ਨਾਨਕ ਜੀ ਇਸ ਬਚਪਨ ਦੇ ਵਿੱਚ ਅਨੇਕਾਂ ਕੌਤਕ ਕਰਦੇ ਆ, ਕਲੋਲਾਂ ਕਰਦੇ ਆ, ਖੇਡਾਂ ਖੇਡਦੇ ਆ ਔਰ ਨਗਰ ਨਿਵਾਸੀਆਂ ਨੂੰ ਆਤਮਿਕ ਸੁੱਖ ਦਿੰਦੇ ਆ ਬਚਪਨ ਵਿੱਚ। ਧਿਆਨ ਲੈ ਚੱਲੀਏ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ। ਇਉਂ ਮਾਤਾ ਜੀ ਨੇ ਫਿਰ ਨਾਨਕ ਜੀ ਨਾਲ ਪਿਆਰ ਕੀਤਾ ਹੈ। ਕਰਕੇ ਅੰਕ ਬਿਠਾਇਓ ਨਿਜ ਸੁਤ ਕਰਨਾ ਗੇਹੋ। ਔਰ ਬੜੇ ਕਰਨਾ ਦਇਆ ਪਿਆਰ ਦੇ ਨਾਲ ਪੁੱਤਰ ਨੂੰ ਲੈ ਕੇ ਆਪਣੀ ਗੋਦ ਵਿੱਚ ਲਿਆ ਹੈ ਜੀ। ਚੌਪਈ ਪੌਛਤ ਈਛਨ ਸਵਾਨਣ ਛਬ ਛਕੀ ਮੋਹ ਮੈਂ ਪਿਖ ਜਨਨੀ ਤਬ। ਛਕਣਾ ਹੁੰਦਾ ਰੱਜ ਜਾਣਾ। ਇੱਥੇ ਛੱਕੀ ਦਾ ਅਰਥ ਹੈ ਬਹੁਤ ਜ਼ਿਆਦਾ ਪਿਆਰ ਪੈਦਾ ਹੋ ਗਿਆ ਅੰਦਰ ਹੁਣ ਨਾਨਕ ਜੀ ਦੇ ਪ੍ਰਤੀ, ਔਰ ਉਹਨਾਂ ਦੇ ਮੋਹ ਵਿੱਚ ਪਿਆਰ ਵਿੱਚ ਉਹਨਾਂ ਨੂੰ ਗੋਦ ਲੈਂਦੀ ਹੈ ਤੇ ਪਿਆਰ ਵਿੱਚ ਉਹਨਾਂ ਦੀਆਂ ਅੱਖਾਂ ਨੂੰ ਆਪਣੀ ਚੁੰਨੀ ਨਾਲ ਸਾਫ਼ ਕਰਦੇ ਹਨ। ਪਛਤਾਪ ਕਰਤ ਚਿਤ ਮਾਹੀ ਹਮਰੇ ਸਦਨ ਇੱਕ ਸੁਤ ਆਹੀ। ਔਰ ਨਾਲੇ ਕਹਿੰਦੀ ਮਨਾ ਇੱਕੋ ਇੱਕ ਆਪਣਾ ਪੁੱਤਰ ਹੈ। ਬਾਲ ਬੈਸੇ ਆਪਨ ਪਰ ਕੋ ਹਾਨ ਲਾਭ ਨ ਜਾਣੇ ਕਰ ਕੋ। ਕਿਆ ਤੂੰ ਮਨਾ ਆਪਣੇ ਬੱਚੇ ਨੂੰ ਝਿੜਕਣ ਲੱਗੀ ਸੀ। ਤ੍ਰਿਪਤਾ ਜੀ ਆਪਣੇ ਆਪ ਨੂੰ ਕਹਿੰਦੇ ਆ ਮਾਤਾ ਜੀ ਇਹ ਹਜੇ ਬਚਪਨ ਵਿੱਚ ਹੈ, ਇਹਨੂੰ ਕੀ ਪਤਾ ਹੈ ਆਪਣੇ ਬਗਾਨੇ ਦਾ। ਵੱਡੋ ਹੋਏ ਸਮਝੇ ਸਭ ਰੀਤੀ ਅਬ ਡਰ ਪਾਵਨ ਕੀ ਨੈ ਨੀਤੀ। ਬੱਚੇ ਨੂੰ ਡਰਾਉਣਾ ਨਹੀਂ ਚਾਹੀਦਾ ਗੁਰੂ ਪਿਆਰਿਓ। ਕਈ ਵਾਰ ਨਾ ਅਸੀਂ ਬੱਚਿਆਂ ਨੂੰ ਕਹਿੰਦੇ ਆ ਮਾਂ ਆ ਗਈ, ਬਿੱਲੀ ਆ ਗਈ, ਮਿਊ ਆ ਗਿਆ, ਉਹ ਨਾ ਬੱਚੇ ਦਾ ਦਿਲ ਸੁੰਗੜ ਜਾਂਦਾ। ਕਹੋ ਸਤਨਾਮ। ਇੱਥੇ ਫਿਰ ਮੈਂ ਤਾਂ ਕਹਿ ਦਿੰਦਾ ਕਈ ਵਾਰੀ ਨਾ ਬੀਬੀਆਂ ਆਪਦੇ ਬੱਚੇ ਨੂੰ ਕੰਟਰੋਲ ਕਰਨ ਵਾਸਤੇ, ਬਰਾਉਣ ਦਾ ਕੰਟਰੋਲ ਕਰਨ ਦੇ ਹੋਰ ਵੀ ਬਹੁਤ ਢੰਗ ਹੁੰਦੇ ਆ, ਪਰ ਜਦੋਂ ਕੋਈ ਮੇਰੇ ਵਰਗਾ ਗ੍ਰੰਥੀ ਸਾਹਮਣੇ ਆ ਜਾਂਦਾ ਆ ਗਿਆ ਬਾਬਾ ਮਾਰੂਗਾ। ਬੀਬੀਆਂ ਨੂੰ ਪਤਾ ਹੈ, ਸੁਣ ਲਓ ਬੀਬੀਆਂ ਇਹ ਗੱਲ ਵੀ ਛੋਟੇ ਬੱਚੇ ਨੂੰ ਕਦੇ ਐਦਾਂ ਦਾ ਡਰਾਵਾ ਨਾ ਦਿਓ। ਕੋਈ ਸਤਨਾਮ। ਛੋਟਾ ਬੱਚਾ ਕੋਰਾ ਕਾਗਜ਼ ਹੁੰਦਾ, ਜੋ ਤੁਸੀਂ ਕਰਤਾ ਕਹਿਤਾ ਉਹਨੇ ਰਿਕਾਰਡ ਕਰ ਲੈਣਾ ਔਰ ਉਹਨਾਂ ਦੇ ਅੰਤਰ ਆਤਮੇ ਵਿੱਚ ਗੱਲ ਬਹਿ ਜਾਣੀ ਹੈ ਤੇ ਉਹ ਬੱਚੇ ਮੁੜ ਕੇ ਬਾਬੇ ਕੋਲੇ ਆਉਣਗੇ ਕਿਵੇਂ, ਗੁਰੂ ਘਰ ਕਿਵੇਂ ਆਉਣਗੇ। ਕੋਈ ਸਤਨਾਮ। ਮੈਂ ਤਾਂ ਮੌਕੇ ਤੇ ਡਾਕ ਦੇਣਾ ਮਾਤਾ ਇਹ ਗਲਤ ਕਰ ਰਹੇ ਹੋ ਤੁਸੀਂ ਜਿਹੜਾ ਕਹਿ ਰਹੇ ਹੋ ਬਾਬਾ ਮਾਰੂਗਾ। ਬਾਬਾ ਕਿਉਂ ਮਾਰੂਗਾ ਵੀ? ਬਾਬਾ ਤਾਂ ਪਿਆਰ ਕਰਨ ਵਾਲਾ ਹੈ, ਬਾਣੀ ਪਿਆਰ ਕਰਦੀ ਹੈ, ਗੁਰੂ ਘਰ ਪਿਆਰ ਕਰਦਾ ਹੈ। ਬੱਚਿਆਂ ਨੂੰ ਕਦੇ ਵੀ ਇਹੋ ਜਿਹਾ ਬਚਨ ਨਾ ਕਹੋ ਕਿ ਬੱਚੇ ਦੇ ਮਨ ਵਿੱਚ ਡਰ ਪੈਦਾ ਹੋ ਜੇ। ਪਹਿਲਾਂ ਮਿਉਂ ਦਾ ਡਰ, ਮਾਂ ਦਾ ਡਰ, ਤਰ੍ਹਾਂ ਤਰ੍ਹਾਂ ਦੇ ਡਰ ਬੱਚਿਆਂ ਵਿੱਚ ਪਾਏ ਜਾਂਦੇ ਸੀ। ਵੱਡਾ ਹੋਇਆ ਬੱਚਾ ਨਾ ਡਰਦਾ ਹੋਇਆ ਵੀ ਡਰੀ ਜਾਂਦਾ ਕਿਉਂਕਿ ਉਹ ਚੀਜ਼ ਦਿਲ ਵਿੱਚ ਘਰ ਕਰ ਜਾਂਦੀ ਆ। ਕੋਈ ਸਤਨਾਮ।
ਇਸ ਕਰਕੇ ਮਾਤਾ ਜੀ ਕਹਿੰਦੇ ਹੁਣ ਸਮਝਾਉਣ ਡਰਾਉਣ ਦਾ ਸਮਾਂ ਨਹੀਂ ਹੈ, ਛੋਟਾ ਬੱਚਾ ਹੈ। ਅਬ ਡਰਨ ਪਾਵਨ ਕੀ ਨਹਿ ਰੀਤੀ, ਡਰਾਉਣਾ ਨਹੀਂ ਚਾਹੀਦਾ ਬੱਚੇ ਨੂੰ। ਵੱਡੇ ਹੋਏ ਸਮਝ ਐਸਾ ਵਰੀਤੀ, ਜਦ ਵੱਡਾ ਹੋਵੇਗਾ ਆਪੇ ਸਿਆਣਾ ਹੋ ਕੇ ਸਮਝ ਜਾਵੇਗਾ। और विचार कर ए विद माता, तजो अंक ते हित करताता। ਤਾਂ ਇਹਨਾਂ ਸੋਚ ਕੇ ਮਾਤਾ ਜੀ ਨੇ ਪੁੱਤਰ ਨੂੰ ਪਿਆਰ ਕੀਤਾ, ਖੁਸ਼ ਕੀਤਾ। ਜਦੋਂ ਪਹਿਲਾਂ ਦੀ ਅਵਸਥਾ ਵਿੱਚ ਫਿਰ ਨਾਨਕ ਜੀ ਆ ਗਏ ਤੇ ਉਹਨਾਂ ਨੇ ਗੋਦ ਵਿੱਚੋਂ ਛੱਡ ਦਿੱਤਾ ਹੈ ਜੀ। खेलन लगे बालकन माही, जिके दर्शन दोखन साही। ਔਰ ਨਾਨਕ ਜੀ ਫਿਰ ਖੁਸ਼ੀ ਵਿੱਚ ਆ ਕੇ ਭੱਜ ਗਏ ਵਿਹੜੇ ਚੋਂ ਤੇ ਬਾਹਰ ਉਹਨਾਂ ਦੇ ਹਮ ਉਮਰ ਬੱਚੇ ਗੁਰੂ ਪਿਆਰਿਓ ਜੋ ਉਡੀਕ ਰਹੇ ਸੀ ਇਹਨਾਂ ਨੂੰ, ਉਹਨਾਂ ਦੇ ਕੋਲ ਚਲੇ ਗਏ ਜੀ। दोहरा कालू लक्षण देखस, दैवक भाक संभार। ਹੁਣ ਮਹਿਤਾ ਕਾਲੂ ਨੂੰ ਵੀ ਮਾਤਾ ਜੀ ਦੱਸ ਦਿੰਦੇ ਹੋਣਗੇ ਵੀ ਅੱਜ ਫਲਾਨਾ ਭਾਂਡਾ ਸਿੱਟਿਆ ਆਂਦਾ, ਅੱਜ ਫਲਾਨੀ ਚੀਜ਼ ਗਵਾਇਆ ਆ, ਅੱਜ ਇਹ ਸਗਲਾ ਹੀ ਸਿੱਟਿਆ ਆਇਆ ਲਾ ਕੇ ਹੱਥਾਂ 'ਚੋਂ ਪੈਰਾਂ 'ਚੋਂ, ਅੱਜ ਇਹ ਕੰਗਣ ਹੀ ਸਿੱਟਿਆ ਆਇਆ। ਰੋਜ਼ ਕੋਈ ਨਾ ਕੋਈ ਚੀਜ਼ ਗਵਾਏ ਆਉਂਦਾ। ਮਹਿਤਾ ਕਾਲੂ ਕਹਿੰਦਾ ਪੰਡਤ ਨੇ ਫਿਰ ਤਾਂ ਗੱਲਾਂ ਹੋਰ ਕੀਤੀਆਂ ਸੀਗੀਆਂ ਵੀ ਇਹਦੇ ਕੋਲੇ ਬੜੀ ਮਾਇਆ ਆਵੇਗੀ, ਇਹ ਤਾਂ ਮੇਰੀ ਵੀ ਗਵਾਉਣ ਲੱਗੇ ਹੈ। ਪੰਡਤ ਦੀਆਂ ਉਹ ਗੱਲਾਂ ਹਰਦਿਆਲ ਦੀਆਂ ਯਾਦ ਕਰਕੇ ਇੱਕ ਦਿਨ ਮਹਿਤਾ ਕਾਲੂ गिनत घटी और अटपटी, तहके गयो अगार। ਮਹਿਤਾ ਕਾਲੂ ਪਹੁੰਚ ਗਿਆ ਹਰਦਿਆਲ ਦੇ ਘਰੇ। ਕਹਿੰਦਾ ਮੈਂ ਜਾ ਕੇ ਪੁੱਛਦਾ ਹਰਦਿਆਲ ਨੂੰ, ਬਈ ਤੂੰ ਤਾਂ ਕਹਿੰਦਾ ਸੀ ਇਹ ਤੇਰਾ ਬੱਚਾ ਤੇਰਾ ਨਾਮ ਰੋਸ਼ਨ ਕਰੂਗਾ, ਆਹ ਰੋਸ਼ਨ ਕਰੂਗਾ, ਜਿਹੜਾ ਘਰ ਦਾ ਸਮਾਨ ਹੈ ਉਹ ਵੀ ਗਵਾਉਣ ਲੱਗਿਆ ਹੈ। चौपाई तिजको देख बदन ते बोलियो, भलो आपने जोत छटोलियो। ਔਰ ਕਹਿਣ ਲੱਗੇ ਮਹਿਤਾ ਜੀ ਕਹਿੰਦੇ ਪੰਡਤ ਤੂੰ ਉਹਦੇ ਨਾਨਕ ਦੀ ਜਨਮ ਪੱਤਰੀ ਡੇਟ ਆਫ ਬਰਥ ਆਦਿ ਲਿਖਾਈ ਸੀ ਤੇਰੇ ਕੋਲ, ਉਹਦੇ ਤੂੰ ਗੱਲਾਂ ਕਰਦਾ ਸੀਗਾ ਵੀ ਇਹ ਬੱਚਾ ਬਹੁਤ ਚੰਗਾ ਹੈ, ਰੱਬ ਦਾ ਰੂਪ ਹੈ, ਤੇਰਾ ਨਾਮ ਰੋਸ਼ਨ ਕਰੇਗਾ, ਤੂੰ ਚੰਗਾ। ਇਹ ਗੱਲਾਂ ਕੀਤੀਆਂ ਉਹਦੇ। ਮੈਨੂੰ ਲੱਗਦਾ ਤੈਨੂੰ ਗਿਆਨ ਨਹੀਂ ਹੈਗਾ ਤੇਰੇ ਵੇਦਾਂ ਦਾ। तुमरो कहो ना पुर पाए को, बानन कीने गुण ज अनेको। ਜਿਹੜੇ ਤੂੰ ਬੜੇ ਗੁਣ ਗਾਏ ਸੀ ਮੇਰੇ ਪੁੱਤਰ ਨਾਨਕ ਦੇ, ਉਹਨਾਂ ਚੋਂ ਇੱਕ ਵੀ ਪੂਰਾ ਨਹੀਂ ਹੋ ਰਿਹਾ। के लक्षण ते मैं जानी, तन हानि होए मन अनमानी। ਤੋ ਮੈਂ ਬਚਪਨ ਦੇ ਬੱਚੇ ਦੇ ਲੱਛਣਾਂ ਤੋਂ ਕੀ ਫੀਲ ਕੀਤਾ, ਕੀ ਅਨੁਭਵ ਕੀਤਾ, ਕੀ ਮੈਂ ਸੋਚਿਆ ਹੈ, ਲੱਛਣਾਂ ਤੋਂ ਲੱਗ ਜਾਂਦਾ। ਜਿਹੋ ਜਿਹਾ ਘਰੇ ਵਾਤਾਵਰਨ ਹੁੰਦਾ ਬੱਚੇ ਦੇ ਵਿੱਚ ਉਹੋ ਜਿਹੇ ਲੱਛਣ ਪ੍ਰਗਟ ਹੋ ਜਾਂਦੇ ਆ। ਕਈ ਵਾਰੀ ਸ਼ਹੀਦ ਭਗਤ ਸਿੰਘ ਇੱਕ ਦਿਨ ਖੇਡਾਂ ਵਿੱਚ ਮਿੱਟੀ ਦੇ ਵਿੱਚ ਖੇਤ ਬਣਾਇਆ, ਕਿਆਰਾ ਬਣਾਇਆ ਤੇ ਕਿਆਰੇ ਦੇ ਵਿੱਚ ਬੌਕਰ ਦੇ ਡੱਕੇ ਤੋੜ ਕੇ ਗੱਡਤੇ ਤੇ ਪਾਣੀ ਪਾਤਾ। ਤੇ ਗੁਰੂ ਪਿਆਰੋ ਇਹਨਾਂ ਦਾ ਚਾਚਾ ਅਜੀਤ ਸਿੰਘ ਪਹਿਲਾਂ ਆਜ਼ਾਦੀ ਘੁਲਾਟੀਆ ਰਿਹਾ ਤੇ ਇਹਨਾਂ ਦੇ ਕੋਲੋਂ ਉਹ ਲੰਘਿਆ। ਇਹਨਾਂ ਦਾ ਬਾਪੂ, ਇਹਨਾਂ ਦਾ ਚਾਚਾ ਜਾਂ ਇਹਨਾਂ ਦੇ ਕੋਈ ਹੋਰ ਪਰਿਵਾਰਕ ਮੈਂਬਰ ਨੂੰ ਪੁੱਛਦਾ ਹੈ ਭਗਤ ਸਿਆਂ ਕੀ ਕਰਦਾ ਹੈ? ਤੇ ਤੋਤਲੀ ਜਵਾਨ ਵਿੱਚ ਕਹਿਣ ਲੱਗੇ ਆ ਦੰਬੂਕਾਂ ਬੀਜਣਾ, ਦੰਬੂਕਾਂ ਇੱਥੋਂ ਅੰਗਰੇਜ਼ਾਂ ਨੂੰ ਕੱਢਾਂਗੇ। ਕਹੋ ਸਤਨਾਮ। ਤੋ ਖੈਰ ਬਾਬਾ ਨਾਨਕ ਦਾ ਧੁਰੋਂ ਹੀ ਲੈ ਕੇ ਆਇਆ ਜੋ ਵਸਤੂ ਲੈ ਕੇ ਆਇਆ ਹੈ। ਮਹਿਤਾ ਕਾਲੂ ਕਹਿੰਦਾ ਵੀ ਪੰਡਤਾ ਤੇਰੀ ਇੱਕ ਵੀ ਗੱਲ ਪੂਰੀ ਨਹੀਂ ਹੋਏਗੀ। ਜਿਹੜੇ ਲੱਛਣ ਮੈਂ ਦੇਖ ਰਿਹਾ ਨਾਨਕ ਦੇ, ਇਹ ਮੇਰਾ ਨਾਮ ਉੱਚਾ ਤਾਂ ਕੀ ਕਰੂਗਾ, ਮਾਇਆ ਤਾਂ ਕੀ ਜੋੜੂਗਾ, ਇਹ ਤਾਂ ਮੈਨੂੰ ਲੱਗਦਾ ਘਰ ਵਾਲੀ ਵੀ ਸਾਰੀ ਗਵਾ ਦੂਗਾ। ਭਾਲੋ ਚਤਰ ਮੁਝ ਧਾਮ ਫਿਰਾਇਓ, ਅਗਲੀ ਦੀਨੀ ਵਸਤ ਗਵਾਇਓ। ਤੂੰ ਤਾਂ ਕਹਿੰਦਾ ਸੀ ਮਹਿਤਾ ਕਾਲੂ ਤੇਰੇ ਸਿਰ ਤੇ ਤੇਰਾ ਪੁੱਤਰ ਛਤਰ ਫਰਾ ਦੂਗਾ, ਇਹ ਕੋਈ ਚੱਕਰਵਰਤੀ ਰਾਜਾ ਹੋਵੇਗਾ ਜਾਂ ਕੋਈ ਰੱਬ ਦਾ ਅਵਤਾਰ ਹੈ। ਚੰਗਾ ਛਤਰ ਪਰਾਇਆ ਮੇਰੇ ਸਿਰ ਤੇ, ਇਹ ਤਾਂ ਘਰ ਦੇ ਭਾਂਡੇ ਵੀ ਗਵਾਉਣ ਲੱਗ ਪਿਆ। ਜੋ ਲੇਵੇ ਸੋ ਜਾਏ ਗਵਾਵੇ, ਬੂਝੇ ਜੇ ਨੈ ਕਛੂ ਬਤਾਵੇ। ਜਿਹੜੀ ਚੀਜ਼ ਘਰੋਂ ਚੱਕਦਾ ਹੈ ਜਾ ਕੇ ਗਲੀ ਵੀ ਸਿੱਟੀ ਆਉਂਦਾ, ਗਵਾਏ ਆਉਂਦਾ। ਜੇ ਪੁੱਛਦੇ ਆ ਤੇ ਅੱਗੋਂ ਦੱਸਦਾ ਨਹੀਂ ਕਿੱਥੇ ਹੈ। ਗਣਨ ਕਿਨੀ ਗੁਣੀ ਨਿਰਗੁਣੀ, ਤੁਮ ਗੁਣ ਬਾਵਨ ਪਨਿਅਨ ਬਣੀ। ਮੈਨੂੰ ਲੱਗਦਾ ਤੈਨੂੰ ਤੇਰੇ ਵੇਦਾਂ ਦਾ ਕੋਈ ਹਿਸਾਬ ਕਿਤਾਬ ਨਹੀਂ, ਜਿਹੜੀ ਤੂੰ ਗਣਨਾ ਕੀਤੀ ਹੈ। ਜਿੱਦੇ ਉਹਦੇ ਲਿਖੀ ਜਨਮ ਪੱਤਰੀ ਡੇਟ ਆਫ ਬਰਥ ਨਾਨਕ ਦੀ, ਜਿੰਨੀਆਂ ਗੱਲਾਂ ਕੀਤੀਆਂ ਸਾਰੀਆਂ ਝੂਠੀਆਂ ਤੇਰੀਆਂ। ਦੋਹਰਾ ਮਨ ਹਰ ਕਾਵਣ ਕੇ ਨਮਿਤ, ਮੁਝ ਸੋ ਕਿਦੂ ਸੁਨਾਏ। ਕਿ ਤੂੰ ਮੈਨੂੰ ਖੁਸ਼ ਕਰਨ ਵਾਸਤੇ ਕਿਹਾ ਸੀ। ਮਹਿਤਾ ਕਾਲੂ ਜੀ ਪੁੱਛਦੇ ਆ ਹਰਦਿਆਲ ਪੰਡਤ ਨੂੰ ਕਿ ਤੂੰ ਮੇਰੀ ਖੁਸ਼ੀ ਲੈਣ ਵਾਸਤੇ ਕਿਹਾ ਸੀਗਾ ਵੀ ਚੱਲ ਮਹਿਤਾ ਨੂੰ ਖੁਸ਼ ਕਰ ਦਿਓ ਵੀ ਤੇਰੇ ਪੁੱਤਰ 'ਚ ਇੰਨੇ ਲੱਛਣ ਇੰਨੇ ਗੁਣ।
ਕੀ ਕਾਰਨ ਹੈ? गणना करते चुक गए किदू न जान्यो जाए। ਜਾਂ ਫਿਰ ਤੈਨੂੰ ਸਮਝ ਨਹੀਂ ਹੈਗੀ ਆਪਣੇ ਵੇਦਾਂ ਗ੍ਰੰਥਾਂ ਦੀ, ਤੂੰ ਐਵੇਂ ਮੈਨੂੰ ਖੁਸ਼ ਕਰਨ ਵਾਸਤੇ ਕਹਿਦਾ ਵੀ ਤੇਰਾ ਪੁੱਤਰ ਤਾਂ ਅਵਤਾਰੀ ਹੈ। चौपाई सुनकर दिजबर कालू बानी होती अशरदा मैल पटानी। ਹੁਣ ਗੁਰੂ ਪਿਆਰੋ ਪੰਡਤ ਹਰਦਿਆਲ ਨੇ ਤਾਂ ਬੜੀ ਘੋਖ ਕਰਕੇ ਆਪਦੇ ਉਸ ਸਮੇਂ ਦੇ ਮੁਤਾਬਕ, ਆਪਦੇ ਵੇਦਾਂ ਗ੍ਰੰਥਾਂ ਦੇ ਵਿੱਚ ਲਿਖੇ ਲੱਛਣਾਂ ਦੇ ਮੁਤਾਬਕ ਨਾਨਕ ਜੀ ਨੂੰ ਵੇਖਿਆ, ਪਰਖਿਆ। ਛੋਟੇ ਬਚਪਨ ਵਿੱਚ ਉਹਨਾਂ ਦੇ ਸਰੀਰਕ ਅੰਗਾਂ ਨੂੰ, ਉਹਨਾਂ ਦੇ ਜਨਮ ਲੈਣ ਦੇ ਸਮੇਂ ਨੂੰ, ਇਹ ਉਹਨਾਂ ਦੇ ਕੋਈ ਗ੍ਰੰਥਾਂ 'ਚ ਲਿਖਿਆ ਹੋਣਾ। ਇਹ ਤਾਂ ਸ਼ਰਧਾ ਉਹਦੀ ਵੱਜ ਗਈ ਸੀ। ਕਹਿੰਦਾ ਜਿੰਨਾ ਚਿਰ ਇਹ ਬੱਚਾ ਵੱਡਾ ਹੋ ਕੇ ਕੁਝ ਬੋਲਣ ਨਹੀਂ ਲੱਗਦਾ ਗਿਆਨ ਦੀਆਂ ਗੱਲਾਂ, ਉਹਨਾਂ ਚਿਰ ਮੇਰੀ ਜਾਨ ਨਿਕਲੇ ਨਾ। ਮੈਨੂੰ ਮਹਾਰਾਜ ਉਹਨਾਂ ਕੁ ਸਮਾਂ ਜ਼ਰੂਰ ਦੇ ਕਿ ਮੈਂ ਇਸ ਬੱਚੇ ਅਵਤਾਰੀ ਨਾਨਕ ਦੀਆਂ ਗਿਆਨ ਦੀਆਂ ਗੱਲਾਂ ਸੁਣ ਸਕਾਂ। ਜੇ ਮੇਰੇ ਕੋਲ ਸਮਾਂ ਨਹੀਂ ਵੀ ਹੈਗਾ ਤਾਂ ਮੈਨੂੰ ਤੂੰ ਦੇ ਦੀ। ਇਹ ਜਾਂਦਾ ਅਰਦਾਸਾਂ ਕਰਦਾ ਜਾਂਦਾ, ਪਰ ਮਹਿਤਾ ਕਾਲੂ ਦੀਆਂ ਗੱਲਾਂ ਸੁਣ ਕੇ ਕੀ ਸੋਚਦਾ ਹੈ? ਕਹਿੰਦਾ ਲੱਗਦਾ ਕਿ ਮਹਿਤਾ ਕਾਲੂ ਆਪਣੇ ਪੁੱਤਰ ਨੂੰ ਕੇਵਲ ਪੁੱਤਰ ਸਮਝਦਾ। ਕਹੋ ਸਤਨਾਮ। ਇਹਨੂੰ ਭਰੋਸਾ ਨਹੀਂ ਹੈ ਮੇਰੀਆਂ ਗੱਲਾਂ ਤੇ, ਔਰ ਇਸ ਨੂੰ ਆਪਣੇ ਪੁੱਤਰ ਦੇ ਉੱਤੇ ਭਰੋਸਾ ਨਹੀਂ ਹੈ। ਅਸ਼ਰਧਾ ਹੈ, ਸ਼ਰਧਾ ਨਹੀਂ ਹੈ। ਅਸ਼ਰਧਾ ਮਹਿ ਲਪਟਾਨੀ, ਇਹਦੀ ਸੁਰਤ ਅਸ਼ਰਧਾ ਵਿੱਚ ਫਸੀ ਹੋਈ ਆ। ਇਹ ਤਾਂ ਚਾਹੁੰਦਾ ਕਿ ਮੇਰਾ ਪੁੱਤਰ ਬਸ ਕਮਾਊ ਪੁੱਤ ਬਣੇ। ਸਾਰੀ ਦੁਨੀਆ ਚਾਹੁੰਦੀ ਆ, ਇਸੀ ਗੱਲ ਨਹੀਂ। ਹਰੇਕ ਮਾਂ ਬਾਪ ਚਾਹੁੰਦਾ ਕਿ ਮੇਰਾ ਪੁੱਤਰ ਮੇਰਾ ਨਾਮ ਰੋਸ਼ਨ ਕਰੇ, ਚੰਗੀ ਕਮਾਈ ਕਰੇ, ਜਿਹੜੀ ਗਰੀਬੀ ਆ ਉਹ ਖਤਮ ਹੋ ਜਾਵੇ, ਕੱਟੀ ਜਾਵੇ ਸਾਡੀ ਗਰੀਬੀ। ਸਾਰੀ ਚਾਹੁੰਦੇ ਆ, ਪਰ ਅਵਤਾਰੀ ਪੁਰਸ਼ਾਂ ਨੂੰ ਕੋਈ ਵਿਰਲਾ ਹੀ ਸਮਝਦਾ ਹੈ। ਸਿਆਣੇ ਕਹਿੰਦੇ ਆ, ਨਾਨਕ ਦਾਦਕ ਸਹੁਰੇ ਬਾਲੀ, ਚਾਰੋਂ ਰਹੇ ਸੰਤ ਸੇ ਖਾਲੀ। ਰੱਬ ਦੇ ਪਿਆਰਿਆਂ ਤੋਂ ਚਾਰ ਜਣੇ ਲਾਹਾ ਨਹੀਂ ਖੱਟ ਸਕਦੇ। ਨਾਨਕੇ ਕਹਿੰਦੇ ਸਾਡਾ ਦੋਹਤਾ ਹੀ ਹੈ, ਤੇ ਦਾਦਕੇ ਕਹਿੰਦੇ ਸਾਡਾ ਪੁੱਤਰਾ ਹੀ ਆ, ਪੁੱਤਰੀ ਆ। ਕਹੋ ਸਤਨਾਮ। ਬਾਲੀ ਇੱਕ ਤਾਂ ਬਚਪਨ ਦੇ ਦੋਸਤ ਹੁੰਦੇ ਆ, ਤੇ ਬਾਲੀ ਦੂਸਰਾ ਘਰ ਵਾਲੀ ਹੁੰਦੀ ਆ। ਕਹੋ ਸਤਨਾਮ। ਘਰ ਵਾਲੀ ਕੇਵਲ ਆਪਣਾ ਪਤੀ ਸਮਝਦੀ ਹੈ। ਨਾਨਕ ਦਾਦਕ ਸਹੁਰੇ ਬਾਲੀ, ਤੇ ਸਹੁਰੇ ਆਪਣਾ ਜਵਾਈ ਸਮਝਦੇ ਆ। ਇਦੋਂ ਵੱਧ ਨਹੀਂ। ਆ ਪੜਾਂਗੇ ਅੱਗੇ ਚੱਲ ਕੇ ਬਾਬੇ ਨਾਨਕ ਨਾਲ ਸੱਸ ਸਹੁਰਾ ਕਿਵੇਂ ਲੜਦੇ ਆ। ਕਹੋ ਸਤਨਾਮ। ਜਦੋਂ ਉਹ ਪਰਮੇਸ਼ਰ ਦੇ ਵਾਲੇ ਪਾਸੇ ਚੱਲ ਕੇ ਪ੍ਰਚਾਰ ਵਾਲੇ ਪਾਸੇ ਚੱਲਦੇ ਆ, ਪਰਿਵਾਰ ਨੂੰ ਛੱਡ ਜਾਂਦੇ ਆ, ਫਿਰ ਸੱਸ ਸਹੁਰੇ ਦੀ ਲੜਾਈ ਫਿਰ ਅੱਗੇ ਉਹ ਵੀ ਸੁਣਨ ਯੋਗ ਹੈ ਬੜੀ ਵਿਚਾਰ। ਤਾਂ ਇਸ ਤਰ੍ਹਾਂ ਇਹ ਚਾਰ ਜਣੇ ਰੱਬ ਦੇ ਪਿਆਰਿਆਂ ਤੋਂ ਲਾਹਾ ਨਹੀਂ ਖੱਟ ਸਕਦੇ। ਨਾਨਕ ਦਾਦਕ ਸਹੁਰੇ ਬਾਲੀ ਚਾਰੋਂ ਰਹੇ ਸੰਤ ਸੇ ਖਾਲੀ। ਪੰਡਤ ਸੋਚਦਾ ਇਹਨੂੰ ਸ਼ਰਧਾ ਨਹੀਂ ਹੈ, ਇਹ ਪੁੱਤਰ ਨੂੰ ਕੇਵਲ ਪੁੱਤਰ ਮੰਨਦਾ ਹੈ ਜੀ। ਤੀਸੁਰ ਸ਼ਰਧਾ ਦੇਵਨ ਹੇਤੂ ਬੋਲਿਓ ਬਚਨ ਬ੍ਰਿਪਕ ਲੁਕੀਤੂ। ਤੇ ਪੰਡਤ ਨੇ ਫੇਰ ਮਹਿਤਾ ਕਾਲੂ ਦੇ ਹਿਰਦੇ ਵਿੱਚ ਨਾਨਕ ਜੀ ਦੇ ਪ੍ਰਤੀ ਸ਼ਰਧਾ ਭਰਨ ਵਾਸਤੇ ਬਚਨ ਕੀਤੇ ਹਨ। ਇੱਕ ਲੱਛਣ ਮੈਂ ਤਬੇ ਹੀਰਾ ਕਹਿਓ ਨਾ ਸੋਪਿਕ ਆਨੰਦ ਤੇਰਾ। ਕਹਿਣ ਲੱਗਿਆ ਮਹਿਤਾ ਜੀ ਇੱਕ ਲੱਛਣ ਮੈਂ ਹੋਰ ਵੀ ਦੇਖਿਆ ਸੀ ਨਾਨਕ 'ਚ, ਉਹ ਮੈਂ ਤੈਨੂੰ ਜਾਣ ਕੇ ਨਹੀਂ ਦੱਸਿਆ ਵੀ ਯਾਰ ਖੁਸ਼ੀਆਂ ਦਾ ਮੌਕਾ, ਇਹਨੂੰ ਖੁਸ਼ੀ ਮਨਾ ਲੈਣ ਦਿਓ। ਜੇ ਮੈਂ ਤੈਨੂੰ ਉਹ ਲੱਛਣ ਦੱਸ ਦਿੰਦਾ ਤੇ ਤੂੰ ਮੁੜ ਕੇ ਜਿਹੜੀ ਖੁਸ਼ੀ ਮਨਾਈ ਉਹ ਨਹੀਂ ਮਨਾਉਣੀ ਸੀ। ਪ੍ਰਗਟ ਪਿਓ ਮੈਂ ਸੋ ਅਬ ਜਾਣਿਓ ਜੋ ਤੈਸੋ ਨੈ ਤਬੇ ਬਖਾਨਿਓ। ਔਰ ਤੇਰੇ ਦਰਸ਼ਨ ਤੇ ਮੈਨੂੰ ਜੱਜਮੈਂਟ ਹੋ ਗਈ ਵੀ ਜਿਹੜਾ ਮੈਂ ਲੱਛਣ ਦੱਸਿਆ ਨਹੀਂ ਉਹ ਆ ਹੈ। ਜਿਹੜਾ ਮੈਂ ਜੱਜਮੈਂਟ ਕੀਤਾ ਸੀ ਨਾ ਵੀ ਨਾਨਕ ਵੱਡਾ ਹੋ ਕੇ ਕੀ ਕਰੂਗਾ, ਉਹ ਲੱਛਣ ਸਾਹਮਣੇ ਆ ਰਿਹਾ ਹੈ ਜਿਹੜਾ ਮੈਂ ਤੈਨੂੰ ਉਦੋਂ ਨਹੀਂ ਦੱਸਿਆ ਹੁਣ ਦੱਸਦਾ। ਬਾਲਕ ਕੇ ਸੰਬੰਧੀ ਜੇਤੇ ਮਹਿਮਾ ਲਖ ਨਾ ਸਕੇਂਗੇ ਤੇਤੇ। ਕਿ ਨਾਨਕ ਦੇ ਜਿਹੜੇ ਦੋਸਤ ਮਿੱਤਰ ਸਾਕ ਸੰਬੰਧੀ ਰਿਸ਼ਤੇਦਾਰ ਜਿਵੇਂ ਆਹੀ ਨਾਨਕ ਦਾਦਕ ਸਹੁਰੇ ਵਾਲੀ, ਇਹ ਨਾਨਕ ਨੂੰ ਸਮਝ ਨਹੀਂ ਸਕਣਗੇ। ਕਹੋ ਸਤਨਾਮ। ਆ ਪਿੱਛੇ ਪੜਿਆ ਨਾ ਆਪਾਂ ਵੀ ਮਹਿਤਾ ਕਾਲੂ ਪਿਛਲੇ ਜਨਮ ਵਿੱਚ ਇੱਕ ਸਾਧੂ ਹੈ, ਤੇ ਸਾਧੂ ਦੀ ਤਪੱਸਿਆ ਪੂਰੀ ਹੋਈ, ਪਰਮੇਸ਼ਰ ਨੇ ਦਰਸ਼ਨ ਦਿੱਤੇ। ਪੁੱਛਿਆ ਹਾਂ ਭਗਤਾ ਕੀ ਚਾਹੀਦਾ? ਸੁੰਦਰ ਸਰੂਪ ਦੇ ਦਰਸ਼ਨ ਕਰਕੇ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਇਹ ਚਾਹਣਾ ਕਿ ਤੁਸੀਂ ਮੇਰੇ ਘਰੇ ਕਦੇ ਪੁੱਤਰ ਬਣ ਕੇ ਆਓ ਤੇ ਮੈਂ ਤੁਹਾਡੀ ਸੇਵਾ ਕਰਾਂ। ਕੋਈ ਸਤਨਾਮ। ਤੇ ਜਾ ਕੇ ਫਿਰ ਆਪਣੇ ਗੁਰੂ ਨੂੰ ਦੱਸਦਾ ਹੈ। ਗੁਰੂ ਪੁੱਛਦਾ ਉਹਦੇ ਕੋਲੋਂ ਪਛਾਣ ਮੰਗ ਲਈ ਸੀ ਕਿ ਨਹੀਂ? ਕਹਿੰਦਾ ਪਛਾਣ ਤਾਂ ਮੈਂ ਮੰਗੀ ਨਹੀਂ। ਕਹਿੰਦੇ ਜੇ ਆ ਵੀ ਗਿਆ ਤੈਨੂੰ ਪਛਾਣ ਨਹੀਂ ਆਉਣੀ, ਸਿਆਣ ਨਹੀਂ ਆਉਣੀ। ਤੇ ਬਾਬੇ ਨਾਨਕ ਨੇ ਜਿੰਨਾ ਚਿਰ ਮਹਿਤਾ ਕਾਲੂ ਨੂੰ ਆਪਣਾ ਗਿਆਨ ਨਹੀਂ ਕਰਾਇਆ ਉਹਨਾਂ ਚਿਰ ਮਹਿਤਾ ਕਾਲੂ ਜੀ ਲੜਦੇ ਰਹੇ ਪੁੱਤਰ ਸਮਝ ਕੇ। ਤੇ ਨਾਨਕ ਜੀ ਨੂੰ ਵੀ ਲੱਗਦਾ ਰਸ ਆਉਂਦਾ ਸੀ ਲੜਾਈ ਚੋਂ। ਕਹੋ ਸਤਨਾਮ।
ਜੇ ਬਾਪੂ ਨੂੰ ਦੱਸ ਦਿੰਦਾ ਵੀ ਮੈਂ ਰੱਬ ਆ ਤੇ ਫਿਰ ਬਾਪੂ ਲੜਦਾ ਕਿਵੇਂ? ਜੇ ਨਾ ਲੜਦਾ ਤੇ ਫਿਰ ਉਹ ਸੰਸਾਰ ਵਾਲਾ ਜਿਹੜਾ ਸਵਾਰ ਸੀ ਪਿਓ ਪੁੱਤ ਦਾ, ਉਹ ਕਿੱਥੋਂ ਲੈਂਦਾ? ਕਹੋ ਸਤਿਨਾਮ। ਇਸ ਕਰਕੇ ਕਾਫੀ ਲੰਬੇ ਸਮੇਂ ਤੱਕ ਬਾਬੇ ਨਾਨਕ ਨੇ ਆਪਣੇ ਬਾਪੂ ਨੂੰ ਆਪ ਦੀ ਪਛਾਣ ਨਹੀਂ ਕਰਾਈ, ਲੋਕਾਂ ਨੂੰ ਪਛਾਣ ਕਰਾਤੀ। ਰਾਏ ਬਲਾਰ ਨੂੰ ਪਛਾਣ ਹੋ ਗਈ, ਬੇਬੇ ਨਾਨਕੀ ਨੂੰ ਪਛਾਣ ਹੋ ਗਈ, ਪਰ ਪਿਤਾ ਨੂੰ ਅਖੀਰ ਤੇ ਜਾ ਕੇ ਕਰਾਉਂਦੇ ਆ, ਜਿਹਦੇ ਰਾਏ ਬਲਾਰ ਕਹਿੰਦੇ ਆ ਨਾਨਕ ਤੇਰਾ ਪੁੱਤ ਪਿਤਾ ਇੰਨਾ ਲੜਦਾ ਹੈ, ਇਹਨੂੰ ਦੱਸਣਾ ਤੂੰ ਕੌਣ ਹੈ? ਕਹੋ ਸਤਿਨਾਮ। ਆਪਣੇ ਮਾਂ ਪਿਓ ਨੂੰ ਆਪਣੀ ਪਛਾਣ ਕਰਾ ਦੇ, ਜਾਂ ਫਿਰ ਘਰੇ ਰਹਿ, ਕਿਧਰੇ ਜਾਣਾ ਨਹੀਂਗਾ। ਤੋ ਨਾਨਕ ਜੀ ਫਿਰ ਰਾਏ ਬਲਾਰ ਦੇ ਬੇਨਤੀ ਕਰਨ ਤੇ ਆਪਣੇ ਮਾਤਾ ਪਿਤਾ ਨੂੰ ਪਛਾਣ ਕਰਾਉਂਦੇ ਆ ਕਿ ਮੈਂ ਕੌਣ ਆ। ਕਹੋ ਸਤਿਨਾਮ। ਖੈਰੇ ਵਿਚਾਰਾਂ ਅੱਗੇ ਆਉਣਗੀਆਂ ਸਾਰੀਆਂ। ਮੇਰੇ ਪ੍ਰੀਤਮ ਜੀ ਕਹਿੰਦੇ, ਪੰਡਤ ਕਹਿਣ ਲੱਗਿਆ ਉਹ ਲੱਛਣ ਮੈਂ ਤੈਨੂੰ ਦੱਸਿਆ ਨਹੀਂ, ਉਹ ਇਹ ਹੈ ਕਿ ਨਾਨਕ ਦੀ ਪਛਾਣ ਘਰਦਿਆਂ ਨੂੰ ਨਹੀਂ ਆਵੇਗੀ। ਆਵਰ ਅਨੇਕ ਮਨੋਜ ਵਰਸਾਵੈ, ਕੋਈ ਕਸਨ ਬੰਦੀ ਸੁਖ ਪਾਵੈ। ਔਰ ਇਸ ਤੋਂ ਸੰਸਾਰ ਦੀ ਦੁਨੀਆ ਤਰ ਜਾਵੇਗੀ, ਪਰ ਸੰਬੰਧੀ ਜਿਹੜੇ ਆ ਉਹ ਇਹਨੂੰ ਪਛਾਣ ਨਹੀਂ ਸਕਣਗੇ। ਇੱਕ ਦਿਨ ਇੱਕ ਮਨੁੱਖ ਕਿਸੇ ਪੰਡਤ ਦੇ ਘਰ ਚਲਿਆ ਗਿਆ ਮਿਲਣ ਵਾਸਤੇ। ਆਵਾਜ਼ ਮਾਰੀ, ਗਾਂ ਬੀਬੀ ਬੈਠੀ ਹੈ। ਮਾਤਾ ਜੀ ਬਾਬਾ ਜੀ ਕਿੱਥੇ ਆ? ਇੱਥੇ ਕਿਤੇ ਭੌਂਕਦਾ ਫਿਰਦਾ, ਉਹ ਕਿਹੜਾ ਦੱਸ ਕੇ ਜਾਂਦਾ ਹੈ? ਕਹੋ ਸਤਿਨਾਮ। ਕਹਿੰਦੇ ਓਹੋ, ਘਰੇ ਤਾਂ ਅਸੀਂ, ਉੱਥੇ ਤਾਂ ਬਾਹਰ ਤਾਂ ਅਸੀਂ ਬਾਬਾ ਜੀ ਕਰਦੇ ਆ, ਘਰੇ ਕੀ ਹਾਲਤ ਹੈ? ਘਬਰਾ ਗਿਆ ਵੀ ਕਿਤੇ ਮੇਰੇ ਨਾਲ ਲੜ ਪਏ। ਬਾਹਰ ਨਿਕਲ ਕੇ ਸਾਈਡ ਤੇ ਖੜ ਗਏ। ਉਹ ਬਾਹਰੋਂ ਮਿਲ ਕੇ ਉਹ ਜਿਹੜਾ ਕਿਤੇ ਗਿਆ ਸੀ ਵਿਚਾਰਾ, ਜਿਹਨੂੰ ਮਿਲਣ ਗਿਆ ਸੀ, ਉਹ ਆ ਗਿਆ ਮੁੜ ਕੇ। ਕਹਿੰਦੇ ਬਾਬਾ ਜੀ ਨਮਸਕਾਰ। ਕਹਿੰਦੇ ਆਓ, ਮੈਂ ਤੁਹਾਨੂੰ ਮਿਲਣ ਆਇਆ ਸੀ, ਕੁਝ ਕੱਲ ਦੀ ਗੱਲ ਕਰਨੀ ਸੀ ਕੰਮ ਦੀ। ਪਰ ਜਦ ਮੈਂ ਘਰੇ ਆ ਕੇ ਆਪਣੀ ਮਾਤਾ ਜੀ ਨੂੰ ਪੁੱਛਿਆ ਬਾਬਾ ਜੀ ਕਿੱਥੇ ਨੇ, ਮੈਨੂੰ ਤਾਂ ਭੱਜ ਕੇ ਪੈ ਗਈ। ਕਹਿੰਦੀ ਇੱਥੇ ਕਿਤੇ ਭੌਂਕਦਾ ਹੋਊਗਾ, ਕਿਹੜਾ ਦੱਸ ਕੇ ਜਾਂਦਾ ਹੈ, ਉਹ ਤੁਰਿਆ ਫਿਰਦਾ ਗਲੀਆਂ 'ਚ। ਇਹ ਕੀ ਕਾਰਨ ਹੈ? ਉਹ ਕਹਿੰਦਾ ਇਹ ਗੱਲ ਨੂੰ ਛੱਡ, ਤੂੰ ਆਪਦੀ ਗੱਲ ਦੱਸ। ਕਹਿੰਦਾ ਨਹੀਂ, ਪਹਿਲਾਂ ਇਹਦਾ ਜਵਾਬ ਦੇ। ਕਹਿੰਦਾ ਇਹ ਸਾਡੇ ਲੈਣੇ ਦੇਣੇ ਹਿਸਾਬ ਕਿਤਾਬ ਹੈ, ਇਹ ਆਈ ਚੱਲਦੇ ਰਹਿੰਦੇ ਆ। ਕਹੋ ਸਤਿਨਾਮ। ਕਦੇ ਮੈਂ ਇਹਨੂੰ ਤੰਗ ਕੀਤਾ ਸੀਗਾ ਤੇ ਅੱਜ ਮੈਨੂੰ ਤੰਗ ਕਰਦੀ ਹੈ। ਉਹ ਹਿਸਾਬ ਕਿਤਾਬ ਕਰਦੀ ਆ ਤੇ ਮੈਂ ਚੁੱਪ ਕਰਕੇ, ਮੈਨੂੰ ਗਿਆਨ ਹੋ ਗਿਆ ਵੀ ਚੱਲ ਇਹਨੂੰ ਹਿਸਾਬ ਕਿਤਾਬ ਬਰਾਬਰ ਕਰ ਹੀ ਲੈਣ ਦੇ, ਲੜੀ ਜਾਣ ਦੇ। ਕਹੋ ਸਤਿਨਾਮ। ਮੈਂ ਚੁੱਪ ਕਰ ਰਹਿਣਾ। ਉਹ ਕਹਿੰਦਾ ਬਾਬਾ ਜੀ ਗੱਲ ਸੁਣਾਓ ਖੋਲ ਕੇ। ਗੱਲ ਕੀ ਸੁਣਾਵਾਂ? ਕਹਿਣ ਲੱਗਿਆ ਇਹ ਜਨਮ ਜਿਹੜਾ ਇਹਦਾ ਸੀਗਾ ਪਸ਼ੂ ਦਾ ਸੀਗਾ, ਮੇਰਾ ਪੰਛੀ ਦਾ ਸੀਗਾ। ਉਹ ਕਹਾਣੀ 'ਚ ਕਿਸੇ ਨੇ ਗਾਂ ਲਿਖਿਆ, ਕਿਸੇ ਨੇ ਗਧੀ ਲਿਖਿਆ। ਕਹੋ ਸਤਿਨਾਮ। ਚਲੋ ਉਹ ਪਸ਼ੂ ਸੀਗਾ, ਇਹਦੀ ਢੂਈ ਉੱਤੇ ਜ਼ਖਮ ਸੀ। ਕਹੋ ਸਤਿਨਾਮ। ਤੇ ਮੈਂ ਕਾਂ ਸੀ ਤੇ ਮੈਂ ਇਹਦੇ ਨਾਲ ਉਹ ਜ਼ਖਮ ਉੱਤੇ ਚੁੰਝਾਂ ਮਾਰ ਕੇ ਉਹ ਮਾਸ ਖਾਂਦਾ ਸੀ। ਹੁਣੇ ਮੈਨੂੰ ਹਟਾ ਤਾਂ ਨਹੀਂ ਸੀ ਸਕਦੀ, ਕੰਨ ਕੁੰਨ ਮਾਰ ਕੇ ਖੜ ਜਾਂਦੀ। ਮੈਂ ਚੁੰਝਾਂ ਮਾਰ ਕੇ ਵਿੱਚੋਂ ਇਹਦੇ ਦੁੱਖ ਦਿੰਦਾ। ਇੱਕ ਦਿਨ ਐਸੀ ਕਿਤੇ ਦੱਬ ਕੇ ਵੱਜੀ ਚੁੰਝ ਤੇ ਉਹ ਖੁੱਭ ਗਈ, ਮੁੜ ਕੇ ਨਿਕਲੀ ਨਾ। ਇਹ ਦਰਦ ਦੀ ਮਾਰੀ ਭੱਜੀ ਤੇ ਜਾ ਕੇ ਪਾਣੀ ਦੇ ਵਿੱਚ ਵੜ ਗਈ, ਕਿਉਂ ਪਸ਼ੂ ਪਾਣੀ 'ਚ ਵੜਦਾ ਬਚਣ ਵਾਸਤੇ। ਪਾਣੀ 'ਚ ਵੜ ਗਈ, ਮੇਰੀ ਚੁੰਝ ਨਾ ਨਿਕਲੀ, ਇਹ ਵੀ ਮਰ ਗਈ ਤੇ ਮੈਂ ਵੀ ਮਰ ਗਿਆ ਤੇ ਸਾਡੇ ਦੋਨਾਂ ਦੇ ਸੰਬੰਧ ਹੋ ਗਏ। ਅੱਗੇ ਆ ਕੇ ਅਸੀਂ ਪਤੀ ਪਤਨੀ ਬਣ ਗਏ। ਕਹੋ ਸਤਿਨਾਮ। ਤੇ ਹੁਣ ਉਹ ਜਿਹੜਾ ਹਿਸਾਬ ਕਿਤਾਬ ਹੈ ਸਾਡਾ ਬਰਾਬਰ ਹੋ ਰਿਹਾ। ਤੂੰ ਫਿਕਰ ਨਾ ਕਰ, ਇਹ ਤਾਂ ਹੀ ਚੱਲਦਾ ਰਹਿੰਦਾ। ਕਹੋ ਸਤਿਨਾਮ। ਤੂੰ ਆਪ ਦੀ ਗੱਲ ਦੱਸ। ਇਸ ਕਰਕੇ ਪੰਡਤ ਹਰਦਿਆਲ ਕਹਿੰਦਾ ਇਹ ਲੱਛਣ ਮੈਂ ਉਹਦੇ ਜਾਣਿਆ ਸੀਗਾ ਵੀ ਇਹ ਨਾਨਕ ਹੋਰ ਬਹੁਤ ਦੁਨੀਆ ਨੂੰ ਤਾਰੂਗਾ, ਪਰ ਇਹਦੇ ਘਰ ਦੇ ਨੂੰ ਪਛਾਣ ਨਹੀਂ ਸਕਣਗੇ। ਆਵਰ ਅਨੇਕ ਮਨੋਜ ਵਰਸਾਵੈ, ਕੋਈ ਕਸਨ ਬੰਦੀ ਸੁਖ ਪਾਵੈ। ਕੋਈ ਵੇਲਾ ਹੀ ਇਹਨੂੰ ਸਮਝੂਗਾ, ਸੰਬੰਧੀ ਰਿਸ਼ਤੇਦਾਰ। ਜਿਵੇਂ ਬੇਬੇ ਨਾਨਕੀ ਨੇ ਸਭ ਤੋਂ ਪਹਿਲਾਂ ਜਾਣਿਆ ਜਾਂ ਰਾਏ ਬਲਾਰ ਹੋਰਾਂ ਨੇ ਸਮਝਿਆ। ਹੋਏ ਤੁਰਨ ਜਬ ਵਦੇ ਪ੍ਰਤਾਪਾ, ਜੋ 52 ਤ੍ਰੈ ਲੋਕਨ ਮਾਪਾ। ਕਹਿੰਦਾ ਮੈਂ ਤਾਂ ਇਹ ਵੀ ਦੇਖਿਆ ਕਿ ਜਦੋਂ ਇਹ ਵੱਡਾ ਹੋਵੇਗਾ ਜਵਾਨੀ 'ਚ, ਤਾਂ ਇਹਨਾਂ ਕਦਮਾਂ ਦੇ ਨਾਲ ਇਹਨੇ ਸਾਰੀ ਦੁਨੀਆ ਦੀ ਮਿਹਨਤੀ ਕਰਨੀ ਹੈ। ਭਾਵ ਜੋ 4 ਉਦਾਸੀਆਂ ਲਾਉਣੀਆਂ। ਜਿਵੇਂ 52 ਸਰੂਪ ਦੇ ਵਿੱਚ ਪਰਮੇਸ਼ਰ ਨੇ 3 ਲੋਕਾਂ ਨੂੰ ਮਿਲਿਆ ਸੀ। ਪੀਰ ਮੀਰ ਮਾਨੇ ਗਿਆਨਾ, ਜੋ ਗੋਕਲ ਮਥੁਰਾ ਭਗਵਾਨਾ। ਜਿਵੇਂ ਗੋਕਲ ਦੇ ਲੋਕ, ਮਥੁਰਾ ਦੇ ਲੋਕ ਕ੍ਰਿਸ਼ਨ ਨੂੰ ਮੰਨਦੇ ਆ, ਉਹ ਤਾਂ ਕੇਵਲ ਹਿੰਦੂ ਲੋਕ ਮੰਨਦੇ ਆ ਨਾ, ਪਰ ਇਸ ਨਾਨਕ ਨੂੰ ਮੁਸਲਮਾਨ ਪੀਰ ਤੇ ਮੀਰ ਹੁੰਦੇ ਆ ਰਾਜੇ।
ਰਾਜੇ ਵੀ ਇਹਦੇ ਪੈਰੀ ਪੈਣਗੇ ਔਰ ਧਾਰਮਿਕ ਲੋਕ ਵੀ ਇਹਨੂੰ ਮੰਨਣਗੇ। ਕਹੋ ਸਤਿਨਾਮ। ਪੀਰ ਹੁੰਦੇ ਆ ਧਾਰਮਿਕ ਲੋਕ, ਅਮੀਰ ਹੁੰਦੇ ਆ ਰਾਜੇ। ਰਾਜਨੀਤੀ ਵਾਲੇ ਕਿਹਾ ਧਰਮ ਵਾਲੇ, ਕਿਹਾ ਹਿੰਦੂ, ਕਿਹਾ ਮੁਸਲਮਾਨ, ਇਹ ਸਾਰੇ ਇਹਦੀ ਆਣ ਮੰਨਣਗੇ, ਇਹਦੀ ਗੱਲ ਸਮਝਣਗੇ। ਰਾਮਚੰਦ ਸੇ ਗੁਣ ਨਮਾਹੀ, ਬ੍ਰਿਧ ਹੋਏ ਤਬ ਲਿਓ ਪਤਾਹੀ। ਇੱਥੇ ਬ੍ਰਿਧ ਦਾ ਮਤਲਬ ਹੈ ਵੱਡਾ। ਕਹਿੰਦਾ ਇਹਦੇ ਵਿੱਚ ਪਰਮੇਸ਼ਰ ਦੇ ਪਿਛਲੇ ਅਵਤਾਰਾਂ ਦੇ ਗੁਣ ਵੀ ਹਨ, ਜਦ ਵੱਡਾ ਹੋਇਆ ਫਿਰ ਪ੍ਰਗਟ ਹੋਣਗੇ। ਹੋਏ ਆਚਾਰਜ ਵਿਆਸ ਸਮਾਨੇ, ਮਾਨਵ ਤਨ ਜੇ ਮਨ ਕਰ ਮਾਨੇ। ਮਹਿਤਾ ਤੈਨੂੰ ਹਜੇ ਸ਼ਰਧਾ ਨਹੀਂ ਹੈ, ਇਹ ਤਾਂ ਬਹੁਤ ਵੱਡਾ ਆਚਾਰੀਆ ਹੁੰਦਾ, ਗਿਆਨੀ। ਜਿਵੇਂ ਵਿਆਸ ਰਿਸ਼ੀ ਹੋਇਆ ਗੁਰੂ ਪਿਆਰਿਓ, ਜਿਵੇਂ ਵੱਡੇ ਵੱਡੇ ਪੁਰਾਣੇ ਸਮਿਆਂ ਦੇ ਰਿਸ਼ੀ ਮੁਨੀ ਹੋਏ ਹੈ, ਇਹ ਤਾਂ ਬਹੁਤ ਵੱਡਾ ਗਿਆਨੀ ਹੋਵੇਗਾ। ਆਚਾਰੀਆ ਭਾਵ ਲੋਕਾਂ ਦਾ ਮਾਰਗਦਰਸ਼ਨ ਕਰਨ ਵਾਲਾ, ਉਪਦੇਸ਼ ਦੇਣ ਵਾਲਾ। ਇਹ ਬਹੁਤ ਵੱਡਾ ਬ੍ਰਹਮ ਆਪਣਾ ਆਚਾਰੀਆ ਮਾਰਗਦਰਸ਼ਨ ਕਰਨ ਵਾਲਾ ਹੋਵੇਗਾ। ਤੇ ਜਿਹੜੇ ਇਹਦੀ ਗੱਲ ਮੰਨਣਗੇ ਉਹ ਧਨ ਹੋ ਜਾਣਗੇ। ਮਾਨਵ ਧਨ ਜੇ ਮਨ ਮੈਂ ਮਾਨੈ, ਜਿਹੜੇ ਇਸ ਦੀ ਗੱਲ ਮੰਨਣਗੇ ਉਹ ਧਨ ਹੋ ਜਾਣਗੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ, ਪੰਜਵੇਂ ਪਾਤਸ਼ਾਹ ਨੇ ਬਾਣੀ ਵਿੱਚ ਲਿਖ ਦਿੱਤਾ। ਕਹੋ ਸਤਿਨਾਮ। ਇਤਿਹਾਸ ਵਿੱਚੋਂ ਆਪਾਂ ਇਸ ਤਰ੍ਹਾਂ ਪੜ੍ਹ ਰਹੇ ਹਾਂ, ਉਧਰ ਗੁਰਬਾਣੀ ਦਾ ਸ਼ਬਦ ਵੀ ਨਾਲ ਮੇਲਦੇ ਹਾਂ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਨਾਨਕ ਜੀ ਨੇ ਆਪ ਕੁਛ ਨਹੀਂ ਕਿਹਾ ਆਪਦੇ ਬਾਰੇ, ਮੈਂ ਕੌਣ ਹਾਂ। ਆਪਣੇ ਆਪ ਤੋਂ ਦਾਸ ਕਹਿੰਦੇ ਆ, ਸ਼ਾਇਰ ਕਹਿੰਦੇ ਆ, ਰੱਬ ਦੀ ਸਿਫਤ ਕਰਨ ਵਾਲਾ। ਨਾਨਕ ਸ਼ਾਇਰ, ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ। ਜੇ ਤੂੰ ਕਿਸੇ ਨਾ ਦੇਹੀ ਮੇਰੇ ਸਹਿਵਾ ਕਿਆ ਕੋ ਕੱਢੇ ਗਹਿਣਾ, ਜੇ ਤੂੰ ਦਾਤਾਂ ਦੇਵੇਂਗਾ ਤਾਂ ਤੇਰਾ ਹਿੱਸਾ ਦੁਨੀਆ ਕੱਢੇਗੀ। ਕਹੋ ਸਤਿਨਾਮ। ਭਾਵ ਤੂੰ ਸਭ ਨੂੰ ਦਾਤਾਂ ਦੇ ਤਾਂ ਦੁਨੀਆ ਤੈਨੂੰ ਯਾਦ ਕਰੇ। ਤਾਂ ਖੈਰ ਅੱਗੇ ਚੱਲੀਏ। ਇਹ ਤੇਰਾ ਪੁੱਤਰ ਕੋਈ ਆਮ ਮਨੁੱਖ ਨਹੀਂ ਹੈ। ਜਿਵੇਂ ਜਿਵੇਂ ਵੱਡਾ ਹੋ ਰਿਹਾ ਹੈ, ਮੈਂ ਇਹਦੇ ਲੱਛਣ ਦੇਖ ਕੇ ਜਾਣ ਰਿਹਾ ਹਾਂ। ਦੋਹਰਾ ਸੁਤ ਪਰ ਸ਼ਰਦਾ ਉਰ ਕਰੋ, ਦਰਬ ਪ੍ਰੀਤ ਹਰ ਕੂਰ। ਪਰ ਤੂੰ ਪਿਓ ਹੈ, ਪੁੱਤ ਹੈ, ਤੈਨੂੰ ਮਾਇਆ ਦਾ ਮੋਹ ਹੈ, ਤੈਨੂੰ ਮਾਇਆ ਦੀ ਪ੍ਰੀਤੀ ਹੈ। ਇਹ ਥੋੜਾ ਤੇਰਾ ਨੁਕਸਾਨ ਕਰ ਦਿੰਦਾ। ਕੋਈ ਭਾਂਡਾ ਸਿੱਟੇ ਆਉਂਦਾ, ਕੋਈ ਵਸਤੂ ਗਵਾਏ ਆਉਂਦਾ ਹੈ, ਇਸ ਕਰਕੇ ਤੈਨੂੰ ਗੁੱਸਾ ਆ ਜਾਂਦਾ ਹੈ। ਤੂੰ ਆਪਣੇ ਪੁੱਤਰ ਤੇ ਸ਼ਰਧਾ ਰੱਖ। ਪਰਮ ਰੂਪ ਪਰਮਾਤਮਾ ਚਿੰਤਨ ਚਰਾਚਰ ਮੂਰ। ਤੇਰਾ ਪਰਮੇਸ਼ਰ ਸਰੂਪ ਹੈ ਪੁੱਤਰ। ਪਰਮ ਰੂਪ ਪਰਮਾਤਮਾ, ਪਰਮ ਸਭ ਤੋਂ ਵੱਡਾ, ਸਭ ਤੋਂ ਪਹਿਲਾਂ ਵਾਲਾ, ਚਿਦੰ ਚਰਾ ਅਚਰ ਮੂਰ, ਜੋ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ। ਚੇਤਨ ਅਤੇ ਜੜ, ਜੰਗਮ। ਚੇਤਨ ਹੈਗੇ ਆਪਾਂ ਸਾਰੇ, ਜੜ ਹੈ ਦਰਖਤ ਪਹਾੜ ਆਦਿ, ਇਹ ਵੀ ਜੂਨਾਂ 'ਚ ਆਉਂਦੇ ਹੈ। ਤੇ ਜੰਗਮ ਜਿਹੜੇ ਗੁਰੂ ਪਿਆਰੋ ਹੋਰ ਪਸ਼ੂ ਪੰਛੀ ਜੰਗਲਾਂ ਵਿੱਚ ਤੁਰੇ ਫਿਰਦੇ ਹੈ, ਇਹਨਾਂ ਸਾਰਿਆਂ ਵਿੱਚ ਵਸਣ ਵਾਲਾ ਪਰਮਾਤਮਾ ਇਹ ਜਿਹੜਾ ਤੇਰਾ ਪੁੱਤਰ ਬਣ ਕੇ ਆ ਗਿਆ। ਚੌਪਈ ਹਿਤ ਪਰ ਬ੍ਰਿਪੇ ਕੀ ਬਰਬਾਨੀ, ਮੁਖ ਬਲ ਅਸ ਕਵ ਕਾ ਜਿਵ ਮਾਨੀ। ਚਲ ਠੀਕ ਆ ਭਾਈ। ਮੈਂ ਤਾਂ ਕਾਲੂ ਕਹਿਣ ਲੱਗਾ ਠੀਕ ਆ, ਵੇਖ ਲੈਂਦੇ ਆ ਜਦੋਂ ਵੱਡਾ ਹੋ ਗਿਆ ਕੀ ਬਣਦਾ ਹੈ। ਮੈਂ ਤਾਂ ਕਾਲੂ ਨੇ ਮਨ ਨੂੰ ਤਸੱਲੀ ਦੇਣ ਵਾਲੀਆਂ ਬ੍ਰਾਹਮਣ ਦੀਆਂ ਗੱਲਾਂ ਸੁਣੀਆਂ ਤੇ ਚੁੱਪ ਕਰ ਗਿਆ। ਜਿਵੇਂ ਘੋੜੇ ਦੇ ਮੂੰਹ ਵਿੱਚ ਲਗਾਮ ਪਾ ਦਈਏ, ਉਹ ਚੁੱਪ ਕਰ ਜਾਂਦਾ, ਏਦਾਂ ਮਹਿਤਾ ਜੀ ਚੁੱਪ ਕਰਕੇ ਘਰ ਨੂੰ ਆ ਗਏ। ਚੱਲ ਠੀਕ ਆ ਭਾਈ, ਦੇਖ ਲੈਂਦੇ ਆ ਜਦੋਂ ਵੱਡਾ ਹੋ ਗਿਆ। ਅਰਣਵ ਅਮੀ ਕੀਰਤੀ ਦਿਆਲਾ, ਦਿਜ ਕੀ ਓਕਤ ਸੋ ਮੁਕਤਨ ਮਾਲਾ। ਔਰ ਪੰਡਤ ਦੇ ਹਿਰਦੇ ਵਿੱਚੋਂ ਤਾਂ ਬਾਬੇ ਨਾਨਕ ਦੀ ਸਿਫਤ ਨਿਕਲ ਰਹੀ ਆ, ਜਿਵੇਂ ਕੋਈ ਸਮੁੰਦਰ ਦੇ ਵਿੱਚੋਂ ਮੋਤੀ ਕੱਢਦਾ ਹੈ। ਅੰਮ੍ਰਿਤ ਵਰਗੇ ਬ੍ਰਾਹਮਣ ਦੇ ਮੁਖ ਵਿੱਚੋਂ ਪਰਮੇਸ਼ਰ ਦੀ ਸਿਫਤ ਸੁਣ ਕੇ ਮੋਤੀਆਂ ਦੀ ਮਾਲਾ ਵਰਗੀ ਮਹਿਤਾ ਕਾਲੂ ਬੜੇ ਖੁਸ਼ ਹੋਏ ਹਨ। ਸਾਗ ਬਣਕ ਜੋ ਕੀਮਤ ਤਾਹੀ, ਨੈ ਜਾਨੀ ਕਾਲੂ ਮਨ ਮਾਹੀ। ਪਰ ਥੋੜੇ ਸਮੇਂ ਲਈ ਪ੍ਰਭਾਵ ਹੋਇਆ। ਆਪਾਂ ਆ ਗਏ ਨਾ ਇੱਥੇ, ਥੋੜੇ ਸਮੇਂ ਲਈ ਪ੍ਰਭਾਵ ਹੁੰਦਾ, ਜੇ ਕਿਤੇ ਪ੍ਰਭਾਵ ਹਮੇਸ਼ਾ ਬਣਿਆ ਰਹੇ। ਕਹੋ ਸਤਿਨਾਮ। ਗੁਰੂ ਕਿਰਪਾ ਕਰਨ ਸਾਡੇ ਤੇ ਪ੍ਰਤਾਪ ਗੁਰੂ ਦਾ। ਅਸੀਂ ਘਰੇ ਜਾ ਕੇ ਵੀ ਇਸੇ ਤਰ੍ਹਾਂ ਸੋਚੀ ਜਾਈਏ ਵੀ ਗੁਰੂ ਨਾਨਕ ਜਦੋਂ ਕੈਸਾ ਸੀਗਾ, ਸਾਡਾ ਗੁਰੂ ਕੈਸਾ ਹੈ, ਕਿੰਨੀ ਪਾਵਰ ਰੱਖਦਾ, ਸਾਡਾ ਵਿਰਸਾ ਵਿਰਾਸਤ ਕਿਤਨਾ ਤਕੜਾ ਹੈ। ਇਹ ਗੱਲ ਹਮੇਸ਼ਾ ਦਿਮਾਗ 'ਚ ਰੱਖੀਏ ਤੇ ਕਿੰਨੀ ਕਿਰਪਾ ਹੋ ਜੇ।
ਥੋੜੇ ਸਮੇਂ ਲਈ ਮਹਿਤਾ ਕਾਲੂ ਬੜੇ ਖੁਸ਼ ਹੋਏ ਜਦੋਂ ਪੰਡਿਤ ਹਰਦਿਆਲ ਨੇ ਸਿਫਤ ਕੀਤੀ, ਪਰ ਘਰੇ ਆ ਕੇ ਉਹੀ ਬਾਣੀਆਂ ਵਾਲੀ ਗੱਲ। ਹੁਣ ਬਾਣੀਆਂ ਦਾ ਜਿਹੜਾ ਸੰਬੰਧ ਹੈ ਉਹ ਮਾਇਆ ਨਾਲ ਹੈ। ਸਾਕ ਬਣਕ ਜਿਉ ਕੀਮਤ ਤਾਹੀ। ਬਾਣੀਆਂ ਤਾਂ ਕਿਸੇ ਵੀ ਚੀਜ਼ ਦਾ ਜਿਹੜਾ ਹੈ ਮੁੱਲ ਪੈਸੇ ਨਾਲ ਪਾਉਂਦਾ ਹੈ। ਕਹੋ ਸਤਿਨਾਮ। ਜੇ ਤਾਂ ਬਾਬਾ ਨਾਨਕ ਬਚਪਨ ਤੇ ਕਮਾਈ ਦੇਣ ਲੱਗ ਜਾਂਦਾ ਫਿਰ ਤਾਂ ਪੁੱਤ ਬਹੁਤ ਚੰਗਾ ਸੀ, ਪਰ ਇਹ ਤਾਂ ਗਵਾਉਣ ਲੱਗ ਪਿਆ, ਫਿਰ ਕਿੱਥੇ ਚੰਗਾ ਲੱਗਦਾ। ਹਰ ਮਾਂ ਪਿਓ ਚਾਹੁੰਦਾ ਮੇਰਾ ਪੁੱਤ ਕਮਾਈ ਕਰੇ। ਇਸ ਕਰਕੇ ਬਾਣੀਆਂ ਮਾਤਾ ਮਹਿਤਾ ਕਾਲੂ ਜੀ ਦੀ ਮਾਨੋ ਮਨ ਵਿੱਚ ਇਹ ਗੱਲ, ਫੇਰ ਘਰੇ ਆ ਕੇ ਭੁੱਲ ਗਿਆ ਕਿ ਮੇਰਾ ਪੁੱਤਰ ਰੱਬ ਦਾ ਰੂਪ ਹੈ। ਮਹਿਤਾ ਕਾਲੂ ਜੀ ਫੇਰ ਭੁੱਲ ਗਏ। ਫੇਰ ਸੋਈ ਉੱਥੇ ਹੀ ਆ ਗਈ ਹੈ ਕਿ ਨਾਨਕ ਮੇਰਾ ਸਮਾਨ ਗਵਾ ਦਿੰਦਾ। ਜੇ ਕੰਗਣ ਸੱਲੇ ਕਢਵਾ ਕੇ ਦਿੱਤੇ ਉਹ ਬਾਹਰ ਲਾ ਕੇ ਸਿੱਟੇ ਆਏ ਆ। ਕਦੇ ਗੜਵੀ ਚੱਕਦਾ ਉਹ ਸਿੱਟੇ ਆਉਂਦਾ, ਕਦੇ ਖੋਲੀ ਚੱਕਦਾ ਉਹ ਸਿੱਟੇ ਆਉਂਦਾ। ਇਸ ਕਰਕੇ ਮਹਿਤਾ ਕਾਲੂ ਜੀ ਦੀ ਮਿਰਤੀ ਜਿਹੜੀ ਹੈ ਉਹ ਕੇਵਲ ਤੇ ਕੇਵਲ ਆਪਣੇ ਪੁੱਤਰ ਕੋਲੋਂ ਕਮਾਈ ਚਾਹੁੰਦੀ ਹੈ, ਸਾਰਾ ਮਾਂ ਪਿਓ ਚਾਹੁੰਦਾ। ਪਰ ਇਹ ਉਹ ਪੁੱਤਰ ਨਹੀਂ ਹੈ ਜਿਹੜੇ ਆਪਣੇ ਸੰਸਾਰੀ ਪੁੱਤਰ ਹਨ। ਸਾਕ ਬਣਕ ਜੋ ਕੀਮਤ ਤਾਹੀ, ਨਹਿ ਜਾਨੀ ਕਾਲੂ ਮਨ ਮਾਹੀ। ਔਰ ਇਸ ਤਰ੍ਹਾਂ ਸਾਕ ਬਣਕ, ਜਿਵੇਂ ਸਾਗ ਆਦਿ ਵਸਤੂਆਂ ਵੇਚਣ ਵਾਲੇ ਨੂੰ ਮੋਤੀਆਂ ਦੀ ਕੀਮਤ ਦਾ ਨਹੀਂ ਪਤਾ, ਜਿਹੜਾ ਗੁਰੂ ਪਿਆਰਿਓ ਗੁੜਚਾ ਵੇਚਦਾ ਉਹਨੂੰ ਹੀਰੇ ਜਵਾਹਰਾਤਾਂ ਦੀ ਕੀਮਤ ਦਾ ਕੀ ਪਤਾ ਹੈ। ਮਹਿਤਾ ਜੀ ਕੇਵਲ ਸੰਸਾਰੀ ਮਾਇਆ ਚਾਹੁੰਦੇ ਹਨ, ਉਹਨਾਂ ਨੂੰ ਨਾਨਕ ਜੀ ਦੇ ਗੁਣਾਂ ਦੇ ਬਾਰੇ ਨਹੀਂ ਪਤਾ ਜੀ। ਜਨ ਕੇਤ ਕੋ ਪੁਨ ਚਲ ਆਇਓ, ਜਗਤ ਕਾਜ ਹਿਰਦਾ ਬਰਮਾਇਓ। ਉਹਨੂੰ ਇਹ ਕੀ ਪਤਾ ਹੈ ਕਿ ਇਹ ਨਾਨਕ ਸੰਸਾਰ ਨੂੰ ਤਾਰਨ ਆਇਆ। ਮਹਿਤਾ ਜੀ ਤਾਂ ਆਪਣੇ ਪੁੱਤਰ ਕੋਲੋਂ ਸੰਸਾਰੀ ਕੰਮ ਕਰਾਉਣਾ ਚਾਹੁੰਦੇ ਹਨ। ਇਉਂ ਪੰਡਿਤ ਨੂੰ ਮਿਲ ਕੇ ਮਹਿਤਾ ਜੀ ਘਰੇ ਆ ਗਏ ਹਨ। ਬਾਹਰੋ ਅਸਤ ਅਰਪਤ ਪਿਓ, ਪਈ ਵਿਪਾਵਰ ਗੁਰ ਗ੍ਰਹਿ ਆਇਓ। ਮਨੋ ਬਿਰਤੀਆਂ ਗੁਰਚਰਨਾਂ ਨਾਲ ਜੋੜ ਕੇ ਰੱਖੋ। ਬੜੀ ਕਮਾਲ ਦੀ ਭਾਈ ਸਾਹਿਬ ਨੇ ਲਿਖਣ ਦੇ ਵਿੱਚ ਵੀ ਕਮਾਲ ਕੀਤੀ ਆ ਤੇ ਸਤਿਗੁਰਾਂ ਦਾ ਇਤਿਹਾਸ ਹੈ ਵੀ ਕਮਾਲ ਦਾ। ਕੋਈ ਸਤਿਨਾਮ। ਲਿਖਣ ਵਾਲੇ ਲਖਾਰੀ ਸੰਤੋਖ ਸਿੰਘ ਨੇ ਬੜਾ ਬਿਆਨ ਕੀਤਾ ਸੁੰਦਰ। ਕਹਿਣ ਲੱਗੇ ਮਹਿਤਾ ਜੀ ਘਰੇ ਆ ਗਏ, ਸ਼ਾਮਾਂ ਪੈ ਗਈਆਂ, ਦਿਨ ਛਿਪ ਗਿਆ ਜੀ। ਹੀਰਤ ਮਾਤ ਰੂਪ ਬਲ ਜਾਵੇ, ਪਾਨ ਆਪਣੇ ਭੋਜ ਖਵਾਵੇ। ਭਈ ਵਿਭਾਪਰ ਕਹਿੰਦੇ ਆ ਰਾਤ ਨੂੰ, ਕਹਿੰਦੇ ਰਾਤ ਹੋ ਗਈ ਆ, ਦਿਨ ਛਿਪ ਗਿਆ ਹੈ। ਮਾਤਾ ਆਪਣੇ ਪੁੱਤਰ ਤੋਂ ਬਲਿਹਾਰੇ ਜਾਂਦੀ ਹੈ, ਕੋਲ ਬਿਠਾ ਕੇ ਹੱਥ ਨਾਲ ਪ੍ਰਸ਼ਾਦਾ ਛਕਾਉਂਦੀ ਹੈ ਔਰ ਵੇਖ ਵੇਖ ਕੇ ਖੁਸ਼ ਹੁੰਦੀ ਹੈ। ਲੋਰਾ ਪੈਪੀ ਆਏ ਪੁਨ ਮਾਤ ਲੈ, ਸੁਤੀ ਸੁੱਟ ਪ੍ਰਿਅੰਕ। ਉਦੋਂ ਬਾਅਦ ਇੱਕ ਦਿਨ ਦੀ ਗੱਲ ਹੈ ਜਾਂ ਉਸੇ ਦਿਨ ਦੀ ਗੱਲ ਹੈ ਜਾਂ ਉਦੋਂ ਬਾਅਦ ਦੀ ਗੱਲ ਹੈ। ਕਹਿੰਦੇ ਮਾਤਾ ਜੀ ਨੇ ਸ਼ਾਮਾਂ ਦਾ ਭੋਜਨ ਛਕਾਇਆ, ਨਾਨਕ ਨੂੰ ਦੁੱਧ ਪਿਆਇਆ ਔਰ ਫਿਰ ਸੌਣ ਦਾ ਸਮਾਂ ਹੋਇਆ। ਮਹਿਤਾ ਜੀ ਆਪਣੇ ਪਲੰਘੇ ਤੇ ਸੌਂ ਗਏ ਨੇ ਔਰ ਮਾਤਾ ਜੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਪਲੰਘੇ ਤੇ ਸੌਂ ਗਏ ਜੀ। ਪਲਕ ਜੁਟੀ ਸੁੰਦਰ ਬਦਨਾ, ਸਦਨੇ ਲਾਦਮ ਅੰਕ। ਔਰ ਪਲਕ ਜੁੱਟੀ ਨੀਂਦ ਆ ਗਈ ਆ। ਮਹਿਤਾ ਕਾਲੂ ਜੀ ਮਹਿਤਾ ਕਾਲੂ ਵੀ ਸੌਂ ਗਏ, ਮਾਤਾ ਤ੍ਰਿਪਤਾ ਜੀ ਵੀ ਸੌਂ ਗਏ ਹਨ ਤੇ ਨਾਨਕ ਜੀ ਵੀ ਉਹਨਾਂ ਦੇ ਨਾਲ ਪਏ। ਚੌਪਈ ਸਵਾ ਜਾਮ ਜਬ ਰਹੀ ਤਿਰਜਾਮਾ, ਜਨਨੀ ਸੁਪਨਾ ਪਿਕ ਅਭਿਰਾਮਾ। ਬੜੀ ਸੁੰਦਰ ਕਥਾ ਇਹ ਹੈ ਕਿ ਧਿਆਨ ਨਾਲ ਸੁਣਿਓ। ਕਹਿੰਦੇ ਜਦੋਂ ਸਵਾ ਪਹਿਰ ਰਾਤ ਬਾਕੀ ਰਹਿ ਗਈ ਆ, 3 ਪਹਿਰ ਬੀਤ ਗਏ ਔਰ ਸਵਾ ਜਾਮ ਜਬ ਰਹੀ ਤ੍ਰੈ ਜਾਮਾ, 3 ਪਹਿਰ ਬੀਤ ਗਏ, ਸਵਾ ਪਹਿਰ ਰਾਤ ਬਾਕੀ ਆ ਲਗਭਗ। ਔਰ ਮਾਤਾ ਜੀ ਨੂੰ ਤੜਕੇ ਅੰਮ੍ਰਿਤ ਵੇਲੇ ਕੋਈ 2:30-3 ਵਜੇ ਇੱਕ ਸੁਪਨਾ ਚੱਲ ਪਿਆ। ਸੁੱਤੀ ਪਈ ਆ, ਸੁਪਨਾ ਆਇਆ ਹੈ ਜੀ। ਸੁੰਦਰ ਦੁੱਤ ਬ੍ਰਿੰਦਾਰਕ ਬ੍ਰਿੰਦਾ, ਮਿਲ ਕਰ ਆਏ ਕਰਤ ਆਨੰਦਾ। ਕਈ ਵਾਰੀ ਜੇ ਸੁਪਨਾ ਚੱਲਦਾ ਨਾ ਤੇ ਆਪਣਾ ਸੁਪਨਾ ਦੇਖਦੇ ਰਹਿੰਦੇ ਆ, ਆਪਾਂ ਤੋਂ ਉੱਠਿਆ ਨਹੀਂ ਜਾਂਦਾਗਾ। ਕੋਈ ਸਤਿਨਾਮ। ਤੇ ਅਸੀਂ ਉੱਠਦੇ ਆ ਅੰਤ ਨੂੰ, ਜਦੋਂ ਨਾ ਹੀ ਸਰੇ ਉਦੋਂ ਸਾਡੇ ਅੰਦਰ ਝਟਕਾ ਵੱਜਦਾ, ਅੱਖਾਂ ਖੁੱਲ੍ਹਦੀਆਂ ਤੇ ਨੀਂਦ ਟੁੱਟ ਜਾਂਦੀ ਹੈ, ਸੁਪਨਾ ਟੁੱਟ ਜਾਂਦਾ। ਹੁਣ ਮਾਤਾ ਜੀ ਅੰਦਰ ਇੱਕ ਸੁਪਨਾ ਚੱਲ ਪਿਆ। ਸੁਪਨੇ ਵਾਂਗੂ ਕੀ ਦੇਖ ਰਹੇ ਨਾ, ਬੜੇ ਸੁੰਦਰ ਸਰੂਪ ਦੇ ਲੋਕ ਇਕੱਠੇ ਹੋ ਕੇ ਮਾਤਾ ਜੀ ਦੇ ਵਿਹੜੇ ਵਿੱਚ ਆ ਰਹੇ ਹਨ। ਮੰਜਲ ਕੁਮਾ ਸੁਜਲ ਮਲਿਆਗਰ, ਕਰ ਕਪੂਰ ਪਰ ਗੰਧ ਉਜਾਗਰ। ਮੰਜਲ ਕੁਸਮਾਂਜਲ ਮਲਿਆਗਰ,
ਮਤਲਬ ਐਂ ਲੱਗਦੇ ਆ ਜਿਵੇਂ ਨਾਨਕ ਜੀ ਦੀ ਪੂਜਾ ਕਰਨਾ ਹੈ। ਹੁਣ ਕੋਈ ਸਤਿਨਾਮ ਸ੍ਰੀ ਵਾਹਿਗੁਰੂ। ਕਿਸੇ ਦੇ ਹੱਥ ਵਿੱਚ ਫੁੱਲਾਂ ਦਾ ਬੁੱਕ ਹੈ, ਕਿਸੇ ਦੇ ਹੱਥ ਵਿੱਚ ਰਗੜਿਆ ਹੋਇਆ ਚੰਦਨ ਹੈ ਗੁਰੂ ਪਿਆਰਿਓ, ਕਿਸੇ ਦੇ ਹੱਥ ਵਿੱਚ ਹੋਰ ਖੁਸ਼ਬੂ ਵਾਲੀਆਂ ਵਸਤੂਆਂ ਫੜੀਆਂ, ਤੇ ਮਾਤਾ ਤ੍ਰਿਪਤਾ ਜੀ ਸੁਪਨੇ ਵਿੱਚ ਦੇਖ ਰਹੀ ਹੈ। ਔਰ ਆਉਣ ਵਾਲੇ ਉਹ ਲੋਕ ਬੜੇ ਸੁੰਦਰ ਹੈ, ਜਿਵੇਂ ਦੇਵ ਲੋਕ ਦੇ ਦੇਵਤੇ ਹੋਣ ਕੋਈ। ਕਹਿੰਦੇ ਉਹ ਲੋਕ ਵੇਖ ਰਹੇ ਨਾ, ਤੇ ਮਾਤਾ ਤ੍ਰਿਪਤਾ ਜੀ ਪਈ ਆ, ਤੇ ਸੁਪਨੇ 'ਚ ਪਈ ਹੋਈ ਕੀ ਵੇਖਦੀ ਆ ਕਿ ਉਹ ਲੋਕ ਆਏ, ਉਹਨਾਂ ਕੋਲੇ ਪੂਜਾ ਅਰਚਨਾ ਦਾ ਸਮਾਨ ਹੈ, ਉਹ ਲੈਣ ਲੱਗੀ ਹੋਈ ਹੈ। ਦੇਖਾ ਏਕ ਸਿੰਘਾਸਨ ਸੁੰਦਰ, ਸੋਚੇ ਮਾਨਕ ਗਚ ਰੁਚੰਦਰ। ਕੀ ਵੇਖਦੀ ਹੈ ਕਿ ਮੇਰਾ ਪੁੱਤਰ ਨਾਨਕ ਇੱਕ ਸਿੰਘਾਸਨ ਤੇ ਬੈਠਾ, ਆ ਕੁਰਸੀ ਨਹੀਂ ਹੁੰਦੀ ਵੱਡੀ ਸੋਫਾ ਸੈੱਟ ਵਾਲੀ, ਇਹੋ ਜਿਹਾ ਸਿੰਘਾਸਨ ਲੱਗਿਆ ਹੋਇਆ। ਕਹਿੰਦੇ ਉਹ ਸਿੰਘਾਸਨ ਦੇ ਵਿੱਚ ਹੀਰੇ ਜਵਾਹਰਾਤ ਜੜੇ ਹੋਏ ਨੇ, ਤੇ ਉਹ ਸਿੰਘਾਸਨ ਦੇ ਉੱਤੇ ਨਾਨਕ ਜੀ ਬੈਠੇ ਹਨ। ਤਾਂ ਪਰ ਹੀਰਾ ਨਿਜ ਸੁਤ ਵੈਸਾ, ਸ਼ੋਭਾ ਕੋਟ ਕਾਮਨੈ ਤੈਸਾ। ਸਰੀਰ ਕਰਕੇ ਪਈ ਆ, ਔਰ ਸੁਪਨੇ ਵਿੱਚ ਸਾਰੀ ਇਹ ਕਾਰਵਾਈ ਦੇਖ ਰਹੇ ਆ ਮਾਤਾ ਜੀ। ਉਸ ਪਲੰਗ ਉੱਤੇ, ਉਸ ਸਿੰਘਾਸਨ ਉੱਤੇ ਮੇਰਾ ਪੁੱਤਰ ਨਾਨਕ ਬੈਠਾ ਹੈ, ਔਰ ਮੇਰੇ ਪੁੱਤਰ ਦੇ ਚਿਹਰੇ ਤੋਂ ਇੰਨਾ ਨੂਰ ਵਰਸ ਰਿਹਾ ਹੈ ਜਿਵੇਂ ਕਰੋੜਾਂ ਕਾਮ ਦੇਵਤੇ ਹੋਣ, ਜਿਵੇਂ ਕਰੋੜਾਂ ਸੂਰਜ ਚੜ ਜਾਣ। ਨਿਰਜੁਰ ਜਜੇ ਅੰਜਲੀ ਜੋਰੀ, ਪੰਤ ਬਿਨੇ ਮਨ ਪ੍ਰੀਤ ਨ ਤੋਰੀ। ਔਰ ਉਹ ਸਾਰੇ ਸਤਿਗੁਰਾਂ ਦੇ ਸਾਹਮਣੇ ਹੱਥ ਬੰਨ੍ਹ ਕੇ ਖੜੇ ਹਨ, ਅੰਜਲੀ ਜੋੜੀ ਹੱਥ ਬੰਨ੍ਹ ਕੇ ਖੜੇ ਹਨ, ਔਰ ਮਾਨੋ ਨਾਨਕ ਜੀ ਦੀ ਪੂਜਾ ਕਰ ਰਹੇ ਹੈ। ਕੋਈ ਜਲ ਲੈ ਕੇ ਚਰਨ ਧੋਂਦਾ ਹੈ, ਕੋਈ ਫਿਰ ਫੁੱਲ ਭੇਟ ਕਰਦਾ ਹੈ, ਤੇ ਕੋਈ ਸੈਂਟ ਛਿੜਕਦਾ ਰਗੜਿਆ ਹੋਇਆ ਚੰਦਨ। ਉਦੋਂ ਚੰਦਨ ਹੱਥ ਨਾਲ ਰਗੜ ਕੇ ਸੈਂਟ ਬਣਦਾ ਸੀ। ਕੋਈ ਸੈਂਟ ਛਿੜਕਦਾ ਹੈ, ਔਰ ਇਸ ਤਰ੍ਹਾਂ ਨਾਨਕ ਜੀ ਦੇ ਸਾਹਮਣੇ ਮਾਨੋ ਕੋਈ ਇਹ ਨਾ ਦਿਵਿਆ ਲੋਕ ਹੈ, ਪਤਾ ਨਹੀਂ ਕੌਣ ਹੈ, ਇੰਨੇ ਸੁੰਦਰ ਨਾਨਕ ਜੀ ਦੀ ਪੂਜਾ ਕਰ ਰਹੇ ਆ। ਦੋਹਰਾ ਉਸਤਤ ਉਕਤੇ ਅਨਕ ਬਿਦ, ਜੈ ਜੈ ਬਚਨ ਉਚਾਰ। ਔਰ ਮਾਤਾ ਜੀ ਨੇ ਉਹਨਾਂ ਦੇ ਮੁਖੋਂ ਜੈ ਜੈਕਾਰ ਸੁਣੀ ਹੈ, ਨਾਨਕ ਜੀ ਦੀਆਂ ਜੈ ਜੈਕਾਰਾਂ ਕਰ ਰਹੇ ਨੇ। ਪਾਵਨ ਪਰਮ ਪ੍ਰਾਤਰੰ ਪੁਰਖ ਨ ਪਾਰਾਵਰ। ਹੇ ਪਾਵਨ ਪਰਮ ਪੁਰਖ ਪਰਮਾਤਮਾ ਆਦਿ ਜੁਗਾਦੀ, ਭਾਵ ਉਹ ਇਦਾਂ ਦੇ ਬਚਨ ਕਰਕੇ ਨਾਨਕ ਜੀ ਦੇ ਸਾਹਮਣੇ ਖੜੇ ਸਿਫਤਾਂ ਕਰਦੇ ਹਨ। ਚੌਪਈ ਧਰ ਅਲੰਬ ਕੇ ਦੇਵਨ ਹੇਤੂ, ਪ੍ਰਗਟੇ ਸ੍ਰੀ ਬੇਦੀ ਕੁਲ ਕੇਤੂ। ਤੁਸੀਂ ਬੜੀ ਕਿਰਪਾ ਕੀਤੀ ਹੇ ਪ੍ਰਮਾਤਮਾ ਰੂਪ ਪਰਮੇਸ਼ਰ, ਇਹ ਧਰਤੀ ਦਾ ਭਾਰ ਦੂਰ ਕਰਨ ਵਾਸਤੇ, ਧਰਤੀ ਤੋਂ ਪਾਪਾਂ ਨੂੰ ਖਤਮ ਕਰਨ ਵਾਸਤੇ ਤੁਸੀਂ ਬੇਦੀਆਂ ਦੀ ਕੁੱਲ ਵਿੱਚ ਨਾਨਕ ਬਣ ਕੇ ਆ ਗਏ ਹੋ। ਕਿਉਂਕਿ ਪੁਰਾਤਨ ਤਾਂ ਜਾਣਦੇ ਹੋਣਗੇ ਨਾ, ਇਹ ਤਾਂ ਉਹੀ ਹੈ ਜਿਹੜਾ ਉੱਥੇ ਰੱਬ ਹੈ। ਕਹੋ ਸਤਿਨਾਮ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਰੀਆਂ ਦਿਵਿਆ ਰੂਹਾਂ ਉਹਦੇ ਨਾਲ ਮਿਲੀਆਂ ਹੋਈਆਂ। ਪੜੋ ਬਾਣੀ ਪਾਤਸ਼ਾਹ ਜੀ ਦੀ। ਪਾਰ ਬ੍ਰਹਮ ਕੀ ਦੇਹ ਮੋ, ਕੋਟ ਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਰਬ ਸਸ ਕਰੋੜ ਜਲੇਸ਼। ਤੁਸੀਂ ਤਾਂ ਇੱਕ ਸੂਰਜ ਇੱਕ ਚੰਦਰਮਾ ਦੇਖਿਆ, ਗੁਰੂ ਪਾਤਸ਼ਾਹ ਕਹਿੰਦੇ ਕਰੋੜਾਂ ਹੀ ਇਹੋ ਜਿਹੇ ਚੰਦਰਮਾ ਸੂਰਜ ਉਹਦੇ ਵਿੱਚ ਸਮਾਏ ਹੋਏ ਆ। ਕਹੋ ਸਤਿਨਾਮ। ਤੁਸੀਂ ਤਿੰਨ ਦੇਵਤਿਆਂ ਨੂੰ ਜਾਣਦੇ ਹੋ, ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ। ਬਾਬਾ ਜੀ ਕਹਿੰਦੇ ਇਹੋ ਜਿਹੇ ਵੀ ਕਰੋੜਾਂ ਹੀ ਆ। ਕਹੋ ਸਤਿਨਾਮ। ਇਸ ਕਰਕੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਅੱਜ ਤੂੰ ਨਾਨਕ ਬਣ ਕੇ ਦੁਨੀਆ ਵਿੱਚ ਆਇਆ ਹੈ, ਇਹ ਧਰਤੀ ਦਾ ਭਾਰ ਦੂਰ ਕਰਨ ਲਈ। ਭਗਤ ਜਗਤ ਬਦ ਬਿਦਤ ਕਰਨ ਕੋ, ਕਲਮਲ ਦੁਸ਼ਟ ਦੰਭ ਧਰਨ ਕੋ। ਸੰਸਾਰ ਵਿੱਚ ਜਗਤ ਵਿੱਚ ਭਗਤੀ ਨੂੰ ਪ੍ਰਗਟ ਕਰਨ ਵਾਸਤੇ, ਕਲਮਲ ਮਾੜੇ ਦੋਖਾਂ ਨੂੰ ਜੋ ਮਨੁੱਖ ਦੇ ਵਿੱਚ ਪੈਦਾ ਹੋ ਗਏ ਹਨ, ਵਿਕਾਰ, ਜਿਨ੍ਹਾਂ ਵਿਕਾਰਾਂ ਕਰਕੇ ਬੰਦਾ ਦੈਂਤ ਬਣ ਗਿਆ, ਦੁਸ਼ਟ ਬਣ ਗਿਆ, ਪਖੰਡੀ ਹੋ ਗਿਆ ਹੈ, ਤੋ ਉਸ ਪਖੰਡ ਨੂੰ ਦੰਭ ਨੂੰ ਖਤਮ ਕਰਨ ਲਈ ਨਾਨਕ ਬਣ ਕੇ ਆਉਣਾ ਕੀਤਾ ਹੈ ਜੀ। ਕਲਮੇ ਪਾਵਨ ਪੰਥ ਨਰਨ ਕੋ, ਪ੍ਰਦ ਸਤ ਸੰਗਤ ਜਗਤ ਤਰਨ ਕੋ। ਇਹ ਕਲਯੁਗ ਦੇ ਭਿਆਨਕ ਸਮੇਂ ਵਿੱਚ ਮਨੁੱਖਾਂ ਨੂੰ ਸਿੱਧੇ ਰਸਤੇ ਪਾਉਣ ਲਈ ਆਉਣਾ ਕੀਤਾ ਹੈ, ਸਤ ਸੰਗਤ ਦੇ ਨਾਲ ਜੋੜਨ ਲਈ ਆਉਣਾ ਕੀਤਾ ਹੈ, ਦੁਨੀਆ ਨੂੰ ਤਾਰਨ ਲਈ ਆਉਣਾ ਕੀਤਾ ਹੈ। ਤੋਂ ਤਾਂ ਨਾਮ ਜਪਾਵਨ ਧਿਆਨ ਚਰਨ ਕੋ, ਭਗਤ ਦੁਖ ਜਨਮ ਮਰਨ ਕੋ। ਤੂੰ ਤਾਂ ਸੰਸਾਰ ਨੂੰ ਉਸ ਪਰਮੇਸ਼ਰ ਨੇ ਆਪਣੇ ਨਾਮ ਨਾਲ ਜੋੜਨ ਲਈ ਨਾਨਕ ਬਣਨਾ ਕੀਤਾ। ਹੁਣ ਸਿੱਧਾ ਰੱਬ ਵੀ ਨਹੀਂ ਕਹਿੰਦਾ ਕਿ ਮੈਂ ਰੱਬ ਹਾਂ,
ਇਹ ਤਾਂ ਗੱਲ ਸਾਨੂੰ ਸਿਖਾਈ ਹੈ ਕਿ ਜੀਵਨ ਨੇ ਹੰਕਾਰ ਨਹੀਂ ਕਰਨਾ। ਇਸ ਕਰਕੇ ਰੱਬ ਤਾਂ ਉੱਥੇ ਹੀ ਆ ਨਿਰਗੁਣ ਸਰੂਪ 'ਚ, ਪਰ ਇੱਧਰ ਸਰਗੁਣ ਬਣ ਕੇ ਆਪ ਨਰੈਣ ਕਲਾ ਤਾਰ ਜਗ ਮੈਂ ਪਰਵਰਿਓ। ਸਰਗੁਣ ਨਿਰਗੁਣ ਨਿਰੰਕਾਰ, ਉਹ ਨਿਰਗੁਣ ਸਰਗੁਣ ਨਾਨਕ ਬਣ ਗਿਆ। ਸੁੰਨ ਸਮਾਧੀ ਆਪ, ਉੱਥੇ ਆਪ ਉਵੇਂ ਹੀ ਬੈਠਾ, ਪਰ ਇੱਥੇ ਆ ਗਿਆ ਨਾਨਕ ਬਣ ਕੇ। ਆਪਨ ਕੀਆ ਨਾਨਕਾ, ਆਪ ਹੀ ਨਾਨਕ ਬਣ ਗਿਆ। ਆਪੇ ਹੀ ਫਿਰ ਜਾਪ, ਆਪਣੇ ਆਪ ਨੂੰ ਆਪ ਹੀ ਜਪਣ ਲੱਗਿਆ, ਆਪਣੇ ਆਪ ਦਾ ਗਿਆਨ ਫਿਰ ਨਾਨਕ ਬਣ ਕੇ ਦੇਣ ਲੱਗਿਆ। ਕਹੋ ਸਤਿਨਾਮ। ਕਿਉਂਕਿ ਨਾਨਕ ਜੀ ਨਹੀਂ ਚਾਹੁੰਦੇ ਕੋਈ ਸਰੀਰਾਂ ਨਾਲ ਜੁੜੇ, ਇਸ ਕਰਕੇ ਨਾਨਕ ਬਣ ਕੇ ਉਹਨਾਂ ਨੇ ਉਸ ਅਕਾਲ ਦੀ ਗੱਲ ਕੀਤੀ ਹੈ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ 239 ਸਾਲ ਲੱਗੇ ਹੈ। ਇੱਕੋ ਨਾਨਕ ਜੋ ਦਸਾਂ ਜਾਮਿਆਂ ਚ ਵਰਤੀ ਹੈ, ਤਾਂ दीन आसरा एक शरण को, कमत को चाल को कर्म हरण को। ਇਹ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਸਤੇ ਆਪਣੇ ਚਰਨਾਂ ਦੀ ਸ਼ਰਨ ਦਾ, ਸ੍ਰਿਸ਼ਟੀ ਦੇ ਵਿੱਚੋਂ ਕੁਮੱਤ ਮਾੜੀ ਮੱਤ ਨੂੰ ਖਤਮ ਕਰਨ ਲਈ, ਕੁਚਾਲ ਮਾੜੀ ਚਾਲ ਜੋ ਲੋਕ ਚੱਲੇ ਹੋਏ ਆ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਲਈ, ਕੁਕਰਮ ਮਾੜੇ ਕਰਮਾਂ ਨੂੰ ਹਰਨ ਲਈ, ਖਤਮ ਕਰਨ ਲਈ, ਦਲਣ ਲਈ। ਪੀਰ ਮੀਰ ਸਿੱਧ ਦਰਪ ਚਰਨ ਕੋ, ਵਾਹਿਗੁਰੂ ਦੇ ਜਾਪ ਹਰਨ ਕੋ। ਤੂੰ ਤਾਂ ਪੀਰਾਂ ਤੇ ਮੀਰਾਂ ਭਾਵ ਧਰਮੀ ਤੇ ਰਾਜਨੀਤਿਕ ਲੋਕਾਂ ਨੂੰ, ਜਿਨ੍ਹਾਂ ਨੂੰ ਸਿੱਧੀਆਂ ਰਿੱਧੀਆਂ ਦਾ ਹੰਕਾਰ ਹੋ ਗਿਆ, ਰਾਜਨੀਤੀ ਵਾਲਿਆਂ ਨੂੰ ਮਾਇਆ ਦਾ ਹੰਕਾਰ ਹੋ ਗਿਆ ਹੈ, ਇਹਨਾਂ ਸਾਰਿਆਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਔਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਚ ਪਾਉਣ ਵਾਸਤੇ ਆਉਣਾ ਕੀਤਾ ਹੈ ਜੀ ਦੋਹਰਾ। ਇਹ ਬਿਦ ਬੁਬਦ ਸੋ ਬਦਨ ਬਦ, ਪਦ ਅਰਬਿੰਦ ਬਣਾਏ। ਇਹ ਚੱਲ ਰਹੀ ਹੈ ਵਿਚਾਰ ਤੇ ਮਾਤਾ ਜੀ ਇਹ ਸੀਨ ਵੇਖ ਰਹੀ ਹੈ ਸੁੱਤੇ ਪਏ। ਗਏ ਆਪਣੇ ਲੋਕ ਕੋ, ਜੈ ਜੈ ਤੇਜੋ ਆਏ। ਔਰ ਕਹਿੰਦੇ ਮਾਤਾ ਤ੍ਰਿਪਤਾ ਜੀ ਨੇ ਕੌਤਕ ਦੇਖਿਆ ਤੇ ਉਹ ਲੈਣ ਲੱਗੀ ਹੋਈ ਉਸੇ ਤਰ੍ਹਾਂ ਸਿਫਤਾਂ ਕਰਦੇ ਹੋਏ ਚਲੇ ਗਏ। ਤੇ ਜਦੋਂ ਜਾਣ ਲੱਗੇ ਨਾ, ਚੌਪਈ ਅਚਰਜ ਪਈਰ ਕਰ ਮਾਤਾ, ਜਾਨੀ ਪਰੇ ਨਾ ਗਤ ਨਿਜ ਤਾਤਾ। ਔਰ ਮਾਤਾ ਹੈਰਾਨ ਹੋ ਗਈ, ਮੇਰੇ ਪੁੱਤ ਦੀ ਇੰਨੀ ਸਿਫਤ ਕਰ ਰਹੀ ਹੈ ਦੁਨੀਆ। ਬੜ ਭਾਗੀ ਸਤਸੰਗਤ ਪਾਵੇ, ਵੱਡਾ ਭਾਗਾਂ ਵਾਲੇ ਆ ਉਹ, ਤੇ ਵੱਡੇ ਭਾਗਾਂ ਵਾਲੇ ਉਹ ਮਾਤਾ ਪਿਤਾ ਜਿਨ੍ਹਾਂ ਦੇ ਘਰੇ ਐਸਾ ਪੁੱਤਰ ਨਾਮ ਜਪਣ ਵਾਲਾ ਪੈਦਾ ਹੋਵੇ। ਕੋ ਸਤਿਨਾਮ। ਉਹ ਵੱਡੇ ਭਾਗਾਂ ਵਾਲੇ ਮਾਤਾ ਪਿਤਾ ਹੈ। ਮਾਤਾ ਹੈਰਾਨ ਹੋ ਰਹੀ ਹੈ, ਮੇਰੇ ਪੁੱਤ ਦੀ ਸਿਫਤ ਹੋ ਰਹੀ ਹੈ। ਭਇਓ ਰਿਦੇ ਮੈਂ ਸੰਪਰਬ ਜਾਗੇ, ਸੁਤ ਅਵੈਬ ਸਭ ਦੇਖਣ ਲਾਗੇ। ਜਦੋਂ ਜਾਣ ਲੱਗੇ ਨਾ ਲੋਕ ਉਹ ਸਿਫਤ ਕਰਕੇ, ਇੱਕਦਮ ਮਾਤਾ ਜੀ ਨੂੰ ਝਟਕਾ ਲੱਗਿਆ। ਜਾਗੀ ਵੀ ਕੌਣ ਹੈ, ਮੇਰੇ ਪੁੱਤ ਨੂੰ ਕੋਈ ਚੱਕਣ ਤਾਂ ਨਹੀਂ ਆ ਗਿਆ। ਕੋ ਸਤਿਨਾਮ। ਜਦ ਉੱਠੀ ਜਾਗ ਆਈ ਨਾ, ਖਿਆਲ ਆਇਆ ਇਹ ਕੌਣ ਸੀ, ਔਰ ਜਾਗ ਆਇਆ ਤੇ ਜਾਗਦਿਆਂ ਹੀ ਬੱਚੇ ਦੇ ਉੱਤੇ ਹੱਥ ਵੱਜਦਾ ਮਾਂ ਦਾ। ਨਾਲ ਬੱਚਾ ਛੋਟਾ ਪਿਆ ਹੁੰਦਾ ਨਾ, ਮਾਤਾ ਸੁੱਤੀ ਪਈ ਦਾ ਹੱਥ ਵੀ ਬੱਚੇ ਦੇ ਉੱਤੇ ਹੁੰਦਾ। ਕੋ ਸਤਿਨਾਮ। ਜਾਗਣ ਤੋਂ ਬਾਅਦ ਵੀ ਜਦ ਨਾਨਕ ਜੀ ਦੇ ਪਿੰਡੇ ਤੇ ਹੱਥ ਵੱਜਿਆ ਤੇ ਪਿੰਡਾ ਗਿੱਲਾ ਪਿਆ। ਕੋ ਸਤਿਨਾਮ। ਜਿਹੜਾ ਚੰਦਨ ਛਿੜਕਿਆ ਉਹ ਨਾਨਕ ਜੀ ਦੇ ਸਰੀਰ ਤੇ ਲੱਗਿਆ ਪਿਆ ਹੈ। ਚੰਦਨ ਸੋ ਚਰਚਤ ਹੈ ਸਾਰੇ, ਬਹੁ ਸੁਗੰਧ ਸੋ ਜਜੇ ਨਿਹਾਰੇ। ਸਾਰੇ ਸਰੀਰ ਦੇ ਵਿੱਚੋਂ ਖੁਸ਼ਬੂ ਆ ਰਹੀ ਹੈ। ਚੰਦਨ ਛਿੜਕਿਆ ਸੀ ਜਿਹੜਾ, ਸੋ ਪਰਬ ਮਨ ਮੈਂ ਥਿਰਤਾ ਹੋਏ, ਕਿਦੋ ਸੱਚ ਕੇ ਸੁਪਨਾ ਸੋਏ। ਚੱਕਰਾਂ 'ਚ ਪੈ ਗਈ ਵੀ ਸੁਪਨੇ ਵਿੱਚ ਤਾਂ ਫਿਰ ਚੀਜ਼ ਮਿਲਦੀ ਨਹੀਂ, ਇਹ ਸੱਚ ਹੈ ਕਿ ਝੂਠ ਹੈ। ਸੁਪਨੇ ਵੀ ਛਿੜਕਿਆ ਸੀਗਾ, ਇਹ ਤਾਂ ਪਿੰਡਾ ਗਿੱਲਾ ਪਿਆ, ਇਹ ਪਤਾ ਨਹੀਂ ਕੀ ਗੱਲ ਬਣੀ ਇਹ। ਹਿਰਦੇ ਵਿਚਾਰਤ ਆਰਤ ਮਾਤਾ, ਨਿਰਣੇ ਹੋਏ ਨਾ ਏਕੇ ਬਾਤਾ। ਸਮਝ ਨਹੀਂ ਆ ਰਹੀ ਮੇਰਾ ਪੁੱਤ ਕੀ ਹੈ ਤੇ ਇਹ ਕੌਣ ਸੀ ਜਿਹੜੇ ਇਹ ਸੇਵਾ ਕਰਕੇ ਗਏ ਆ। ਸੁਤ ਕੀ ਮਹਿਮਾ ਮਨ ਮੇ ਮਾਨੀ, ਇਹ ਅਵਤਾਰ ਸਤ ਚਿਤ ਜਾਨੀ। ਫੇਰ ਕਹਿਣ ਲੱਗੀ ਇਹ ਵਾਕਿਆ ਮੇਰਾ ਪੁੱਤਰ ਕੋਈ ਅਵਤਾਰ ਹੈ। जिसके पद अरविंद को दिव्य रूप वो आए। वाकिया ये कोई परमेश्वर ਦਾ ਅਵਤਾਰ ਹੈ ਜਿਹਦੇ ਚਰਨਾਂ ਦੀ ਪੂਜਾ ਕਰਨ ਵਾਸਤੇ ਦਿਵਿਆ ਲੋਕ ਦੇਵਤੇ ਲੋਕ ਆਏ। ਕਰੇ ਆਪ ਚਿਤ ਪ੍ਰੀਤ ਸੋ ਬਾਰ ਬਾਰ ਸਿਰ ਨਾਏ। ਔਰ ਆਪਣੇ ਪੁੱਤਰ ਨੂੰ ਮੱਥੇ ਟੇਕਣ ਲੱਗੀ ਬੈਠੀ ਬੈਠੀ ਮਾਤਾ। ਨਾਨਕ ਸੁੱਤੇ ਪਏ ਨੇ ਉਸੇ ਤਰ੍ਹਾਂ ਮੰਜੇ ਤੇ, ਉਹਨੂੰ ਮੱਥੇ ਟੇਕੀ ਜਾਂਦੀ ਹੈ। ਵਾਕਿਆ ਤਾਂ ਕੋਈ ਰੱਬ ਹੈ। ਚੌਪਈ ਹੋ ਰੇ ਸੁਪਨੇ ਕੀ ਨਿਆਏ, ਅਬਲੋ ਚਰਚੋ ਬਿਦਤ ਦਿਸਾਏ। ਮੈਂ ਸੁਪਨੇ ਵੀ ਸੈਂਟ ਛਿੜਕਦੇ ਵੇਖੇ ਐ, ਪਰ ਹੁਣ ਤਾਂ ਮੈਂ ਜਾਗ ਬੈਠੀ ਆ, ਅੱਖਾਂ ਮਲਮਲ ਦੇਖਦੀ ਆ, ਮੈਂ ਜਾਗਦੀ ਆ ਤੇ ਉਹ ਸੈਂਟ ਸਰੀਰ ਤੇ ਲੱਗਿਆ ਹੋਇਆ ਹੈ। ਚਿੰਤ ਵਿਚਾਰ ਕਰਤੇ ਉਪਰ ਪਾਤੋ, ਚੜਿਓ ਸੋ ਮਾਰ ਤਾਂਡ ਬਖਿਆਤੋ। ਇਹ ਸੋਚਾਂ ਸੋਚਦੇ ਬੇਬੇ ਨੂੰ ਨੀਂਦ ਨਹੀਂ ਆਈ, ਮੁੜ ਕੇ ਬੈਠੀ ਆ, ਬੈਠੀ ਬੈਠੀ ਦਿਨ ਚੜ ਗਿਆ। ਜਾਨੀ ਨਾਨਕ ਜੀ ਮਨ ਮਾਤਾ, ਤਾਨ ਦੀ ਤਪ ਮੋਹ ਕਨਾਤਾ। ਹੁਣ ਦਿਮਾਗ ਤੋਂ ਮੋਹ ਦਾ
ਕਿ ਮੇਰਾ ਪੁੱਤਰ ਰੱਬ ਹੈ, ਤੇ ਬਾਬੇ ਨੇ ਫੇਰ ਪਾਤਾ। ਜਦੋਂ ਜਾਗਿਆ ਕੀ ਕਹਿੰਦਾ? ਜਾਗੇ ਪੁਨ ਕਰਕੇ ਮੁਖ ਰੋਖਾ, ਕਹੇ ਮਾਤ ਦੇ ਭੋਜਨ ਭੂਖਾ। ਉੱਠੇ ਮੂੰਹ ਤੇ ਹੱਥ ਮਾਰ ਕੇ, ਬੇਬੇ ਭੁੱਖ ਲੱਗੀ ਆ, ਕੁਛ ਖਾਣ ਨੂੰ ਦੇ। ਉਹ ਮਾਂ ਦੇ ਦਿਮਾਗ ਤੇ ਫਿਰ ਮੂੰਹ ਦਾ ਪਰਦਾ ਪੈ ਗਿਆ, ਹਾਏ ਮੇਰਾ ਪੁੱਤ ਭੁੱਖਾ ਹੈ। ਉਹ ਤੁਰੰਤ ਹੀ ਮਾਂ ਨੇ ਜਲ ਪਾਣੀ ਤਿਆਰ ਕੀਤਾ, ਉੱਠ ਕੇ ਛਕਾਇਆ। ਅੱਗੇ ਕੀ ਹੋਇਆ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਾਸ਼ੋ। ਐਸੇ ਮੇਰੇ ਪ੍ਰੀਤਮ ਜੀ ਦੇ ਬਚਪਨ ਦੇ ਕੌਤਕ ਜੋ ਆਪ ਜੀ ਸਰਵਣ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ। ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਗੁਰੂ ਕਿਰਪਾ ਕਰਨ ਆਪਾਂ ਨੂੰ ਇਸੇ ਤਰ੍ਹਾਂ ਜੋੜ ਕੇ ਰੱਖਣ। ਆਓ ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्व जन में, गुणतास। हे संगी हे निरंकार, हे निर्गुण गुण सब टेक, हे गोविंद हे गुण निधान, जाके सदा विवेक। हे अपरंपर हर हरे, हो बनहार, हे संत कै सदा संग, निवारा आधार। हे ठाकुर हों दास रो, मैं निर्गुण गुण नहीं कोई, नानक दीचै नाम दान। राखो ये परोए, आए प्रभ शरणागति, कृपा नित दयाल। एक अखर हर मन बसत, नानक होत निहाल। एक ओंकार सतगुरु, तेह प्रसाद सच होए, वाहिगुरु जी की फतेह विघ्न है। विनाशन सोए, वाहिगुरु जी की फतेह विघ्न है। विनाशन सोए। वाहिगुरु जी का खालसा, वाहिगुरु जी की फतेह।